Good morning, students. You're all welcome in the virtual classroom of computer science. Myself, Glenvin Das, working as a computer faculty in Government Senior Secondary Smart School, Hakuwala, District Shri Muktsar Sahib. I'll be taking your session of class 11th, Computer Science, chapter number 2, that is Internet Usage. ਪਿਆਰੇ ਵਿਦਿਆਰਥੀਓ, ਤੁਹਾਡਾ ਸਵਾਗਤ ਹੈ ਕੰਪਿਊਟਰ ਸਾਇੰਸ ਦੇ ਵਰਚੁਅਲ ਕਲਾਸਰੂਮ ਦੇ ਅੰਦਰ। ਅੱਜ ਮੈਂ 11th ਕਲਾਸ ਦਾ ਸੈਕੰਡ ਚੈਪਟਰ ਇੰਟਰਨੈਟ ਦੇ ਇਸਤੇਮਾਲ ਦੂਸਰਾ ਭਾਗ ਕਰਵਾਉਣ ਜਾ ਰਿਹਾ ਹਾਂ, ਜੋ ਹੈ ਇੰਟਰਨੈਟ ਐਂਡ ਐਪਲੀਕੇਸ਼ਨ। So let's start the first topic, that is communication. The world is ever changing, and with the arrival of digital technology, it is changing at a very fast speed. Today, internet communication has made sure to connect people from two opposite sides of the earth with no problem at all. So, प्यारे विद्यार्थियों, जिवें कि ਅਸੀਂ ਜਾਣਦੇ ਹਾਂ ਕਿ ਆਪਣਾ ਵਿਸ਼ਵ ਜੋ ਹੈ ਹਮੇਸ਼ਾ ਬਦਲਦਾ ਜਾ ਰਿਹਾ ਹੈ ਅਤੇ ਡਿਜੀਟਲ ਟੈਕਨੋਲੋਜੀ ਦੇ ਨਾਲ ਆਪਾਂ ਦੇਖ ਰਹੇ ਹਾਂ ਕਿ ਇਹ ਜਿਹੜੀ ਚੇਂਜਸ ਹਨ ਇਹ ਬਹੁਤ ਤੇਜ਼ੀ ਨਾਲ ਹੋ ਰਹੀਆਂ ਹਨ। ਅੱਜ ਇੰਟਰਨੈਟ ਦੇ ਸੰਚਾਰ ਦੇ ਨਾਲ ਅਸੀਂ ਧਰਤੀ ਦੇ ਅਲੱਗ-ਅਲੱਗ ਜਗ੍ਹਾਵਾਂ ਤੋਂ ਲੋਕਾਂ ਨੂੰ ਕਨੈਕਟ ਕਰ ਸਕਦੇ ਹਾਂ ਅਤੇ ਇਹਦੇ ਅੰਦਰ ਕੋਈ ਦਿੱਕਤ ਨਹੀਂ ਆਉਂਦੀ। ਇੰਟਰਨੈਟ ਸੰਚਾਰ ਜੋ ਹੈ ਜਾਂ ਇੰਟਰਨੈਟ ਕਮਿਊਨੀਕੇਸ਼ਨ ਜੋ ਹੈ ਉਹ ਵਿਚਾਰ ਜਾਂ ਇੰਟਰਨੈਟ ਉੱਤੇ ਸ਼ਬਦਾਂ ਦੀ ਸਾਂਝ ਕਰਨ ਲਈ ਜਾਣਿਆ ਜਾਂਦਾ ਹੈ। Communication on internet has more advantages than disadvantages. So ਅਸੀਂ ਕਹਿ ਸਕਦੇ ਹਾਂ ਕਿ ਇੰਟਰਨੈਟ ਦੇ ਉੱਤੇ ਕਮਿਊਨੀਕੇਸ਼ਨ ਦੇ ਸਾਨੂੰ ਬਹੁਤ ਜ਼ਿਆਦਾ ਲਾਭ ਹਨ। ਪਹਿਲਾ ਲਾਭ ਸਾਡੇ ਕੋਲੇ ਜੋ ਅਸੀਂ ਦੇਖਾਂਗੇ ਉਹ ਹੈ ਵਰਸਟੈਲਿਟੀ, ਦੂਸਰਾ ਹੈ ਲੈਵਲਿੰਗ, ਤੀਸਰਾ ਹੈ ਆਪਣੇ ਕੋਲੇ ਵੈਲ ਡਾਕੂਮੈਂਟੇਸ਼ਨ, ਚੌਥਾ ਹੈ ਆਪਣੇ ਕੋਲੇ growing community. So let's start with the first advantage. So first advantage is versatility. Internet communication is 24/7 communication as long as we are connected on the web. So when doing businesses, this can definitely help us. So ਅਸੀਂ ਕਹਿ ਸਕਦੇ ਹਾਂ versatility ਦੇ ਅੰਦਰ ਕਿ ਇੰਟਰਨੈਟ ਜੋ ਹੈ ਉਹ ਇੱਕ ਸੰਚਾਰ ਹੈ ਜਿਸ ਦੇ ਅੰਦਰ ਅਸੀਂ 24 ਘੰਟੇ ਕੰਮ ਕਰ ਸਕਦੇ ਹਾਂ, 7 ਦਿਨ ਕੰਮ ਕਰ ਸਕਦੇ ਹਾਂ ਜਦ ਤੱਕ ਅਸੀਂ ਵੈਬ ਦੇ ਨਾਲ ਕਨੈਕਟਡ ਹਾਂ। ਤਾਂ ਇਹ ਸਾਡੇ ਵਪਾਰ ਵਾਸਤੇ ਇੱਕ ਬਹੁਤ ਜ਼ਿਆਦਾ ਲਾਭਦਾਇਕ ਮਦਦ ਦੇ ਸਕਦਾ ਹੈ। ਅਗਲਾ ਹੈ ਸਾਡੇ ਕੋਲੇ ਐਡਵਾਂਟੇਜ ਜੋ ਹੈ ਲੈਵਲਿੰਗ। Some people are more comfortable talking behind their keyboards than they do in person. ਕਈ ਵਾਰ ਪਿਆਰੇ ਵਿਦਿਆਰਥੀਆਂ ਵਿੱਚ ਦੇਖਣ ਚ ਆਉਂਦਾ ਹੈ ਕਿ ਬਹੁਤ ਜ਼ਿਆਦਾ ਲੋਕ ਇਹੋ ਜਿਹੇ ਹੁੰਦੇ ਹਨ ਜੋ ਕਿ ਕੀਬੋਰਡ ਦੇ ਪਿੱਛੋਂ ਦੀ ਗੱਲ ਕਰਨਾ ਜਾਂ ਆਪਾਂ ਕਹਿ ਸਕਦੇ ਹਾਂ ਕਿ ਕੰਪਿਊਟਰ ਉੱਪਰ ਗੱਲਬਾਤ ਕਰਨੀ ਉਹਨਾਂ ਨੂੰ ਜ਼ਿਆਦਾ ਆਸਾਨ ਲੱਗਦੀ ਹੈ ਬਜਾਏ ਕਿ ਉਹ ਫੇਸ ਟੂ ਫੇਸ ਟਾਕ ਕਰਨ। Thus enabling the reserved ones to produce well drawn out thoughts and not get scared by loud people. ਤਾਂ ਪਿਆਰੇ ਵਿਦਿਆਰਥੀਓ ਆਪਾਂ ਕਹਿ ਸਕਦੇ ਹਾਂ ਕਿ ਜੋ ਰਿਜ਼ਰਵ ਟਾਈਪ ਦੇ ਲੋਕ ਹਨ ਉਹ ਬੜੇ ਨਿਪੁੰਨਤਾ ਦੇ ਨਾਲ ਆਪਣੇ ਵਿਚਾਰਾਂ ਨੂੰ ਪੈਦਾ ਕਰ ਸਕਦੇ ਹਨ ਅਤੇ ਉੱਚਾ ਬੋਲਣ ਵਾਲੇ ਜਿਹੜੇ ਲੋਕ ਹਨ ਕਈ ਵਾਰੀ ਇਹ ਹੁੰਦਾ ਹੈ ਕਿ ਆਪਾਂ ਕਈ ਵਾਰੀ ਆਪਣੀ ਗੱਲ ਨੂੰ ਖੁੱਲ ਕੇ ਨਹੀਂ ਬੋਲ ਸਕਦੇ ਦੂਸਰਿਆਂ ਦੇ ਅੱਗੇ, ਆਪਾਂ ਨੂੰ ਘਬਰਾਹਟ ਹੁੰਦੀ ਹੈ ਜਦੋਂ ਆਪਾਂ ਦੂਸਰੇ ਦੀ ਨਿਗਾਹ 'ਚ ਝਾਕਦੇ ਹਾਂ ਤਾਂ ਆਪਾਂ ਉਹ ਚੀਜ਼ਾਂ ਨੂੰ ਪ੍ਰਗਟ ਨਹੀਂ ਕਰ ਪਾਉਂਦੇ, ਆਪਣੀ ਚੀਜ਼ਾਂ ਨੂੰ ਸਾਹਮਣੇ ਕੱਢ ਕੇ ਨਹੀਂ ਲਿਆ ਪਾਉਂਦੇ। ਤਾਂ ਇੰਟਰਨੈਟ ਦੇ ਉੱਤੇ ਇਹ ਗੱਲਾਂ ਆਪਾਂ ਬੜੇ ਆਰਾਮ ਨਾਲ ਕਰ ਸਕਦੇ ਹਾਂ ਤੇ ਆਪਣੇ ਜੋ ਵਧੀਆ ਵਿਚਾਰ ਹਨ ਜਾਂ ਜੋ ਆਪਣੇ ਅੰਦਰ ਕਾਬਲੀਅਤ ਹੈ ਉਹ ਆਪਾਂ ਦੂਜਿਆਂ ਸਾਹਮਣੇ ਲਿਆ ਕੇ ਰੱਖ ਸਕਦੇ ਹਾਂ। Well documented. Unlike usual face-to-face conversation, communication on the internet is well documented, thus creating a more responsible environment where people are held answerable for their words. ਅਗਲਾ ਹੈ ਪਿਆਰੇ ਵਿਦਿਆਰਥੀਓ ਆਪਣੇ ਕੋਲੇ ਵੈਲ ਡਾਕੂਮੈਂਟਡ। ਆਮ ਤੌਰ ਤੇ ਜਿਹੜੀ ਆਮ ਤਰ੍ਹਾਂ ਨਾਲ ਗੱਲਬਾਤ ਹੁੰਦੀਆਂ ਹਨ ਇੰਟਰਨੈਟ ਤੇ ਉਸ ਤੋਂ ਬਿਲਕੁਲ ਉਲਟ ਗੱਲ ਹੈ ਕਿਉਂਕਿ ਇੱਥੇ ਇੰਟਰਨੈਟ ਤੇ ਜੋ ਸੰਚਾਰ ਅਸੀਂ ਕਰ ਰਹੇ ਬੜੀ ਚੰਗੀ ਤਰ੍ਹਾਂ ਨਾਲ ਦਸਤਾਵੇਜ਼ਿਤ ਕੀਤਾ ਜਾ ਸਕਦਾ ਹੈ, ਉਹਨਾਂ ਨੂੰ ਵੈਲ ਡਾਕੂਮੈਂਟਡ ਕੀਤਾ ਜਾ ਸਕਦਾ ਹੈ। ਤਾਂ ਇਸ ਦੇ ਨਾਲ ਫਾਇਦਾ ਕੀ ਹੁੰਦਾ ਹੈ
ਅਸੀਂ ਇੱਕ ਵਧੇਰੇ ਜ਼ਿੰਮੇਵਾਰੀ ਵਾਲਾ ਇੱਕ ਵਾਤਾਵਰਣ ਪੈਦਾ ਕਰ ਸਕਦੇ ਹਾਂ ਜਿੱਥੇ ਲੋਕਾਂ ਨੂੰ ਉਹਨਾਂ ਦੇ ਸ਼ਬਦਾਂ ਲਈ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ। ਲਾਸਟ ਪੁਆਇੰਟ ਹੈ growing community. Like all forms of communication, everyone can be shy at first. ਜਿਵੇਂ ਕਿ ਹਰ ਤਰ੍ਹਾਂ ਦੇ ਸੰਚਾਰ ਦੇ ਅੰਦਰ ਹੁੰਦਾ ਹੈ ਕਿ ਪਹਿਲੀ ਵਾਰ ਹਰੇਕ ਬੰਦਾ ਜੋ ਗੱਲਬਾਤ ਕਰਦਾ ਹੈ ਉਹ ਸ਼ਰਮਾਂਦਾ ਹੈ, ਪਰ in the case of internet communication, people are more likely to be sportive and engaged in discussion than other communication forms. ਸੋ ਇਹ ਦੇਖਣ ਚ ਆਇਆ ਹੈ ਕਿ ਜੋ ਇੰਟਰਨੈਟ ਸੰਚਾਰ ਦੇ ਮਾਮਲੇ ਵਿੱਚ ਲੋਕ ਜ਼ਿਆਦਾ ਸੰਚਾਰ ਇੱਕ ਦੂਜੇ ਨਾਲ ਕਰ ਸਕਦੇ ਹਨ, ਇੱਕ ਵਧੇਰਾ ਸਹਾਇਕ ਆਪਣੇ ਕੋਲੇ ਆਪਣੇ ਵਿਚਾਰਾਂ ਨੂੰ ਆਦਾਨ ਪ੍ਰਦਾਨ ਕਰਨ ਲਈ ਜਾਂ ਵਿਚਾਰ ਵਟਾਂਦਰਾ ਕਰਨ ਲਈ, ਅਤੇ ਲੋਕ ਇਸ ਦੇ ਵਿੱਚ ਆਪਣੇ ਕੋਲੇ ਇੱਕ ਬਹੁਤ ਜ਼ਿਆਦਾ ਈਜ਼ੀਲੀ ਆਪਣੇ ਵਿਚਾਰਾਂ ਨੂੰ ਦੂਸਰੇ ਤੱਕ ਰੱਖ ਸਕਦੇ ਹਨ। अगला टॉपिक है डिफरेंट टाइप्स ऑफ इंटरनेट कम्युनिकेशन। सो फर्स्ट टाइप्स ऑफ इंटरनेट कम्युनिकेशन, with the advent of high speed internet communication, the internet has created more ways of instant communication that provides a vast option of information sharing. So तेज रफ्तार इंटरनेट कनेक्शनां ਦੀ ਜ਼ਰੂਰਤ ਨਾਲ ਤੁਰੰਤ ਸੰਚਾਰ ਦੇ ਹੋਰ ਤਰੀਕੇ ਤਿਆਰ ਕੀਤੇ ਹਨ ਜੋ ਜਾਣਕਾਰੀ ਨੂੰ ਸਾਂਝਾ ਕਰਨ ਦਾ ਇੱਕ ਵਧੀਆ ਵਿਕਲਪ ਪ੍ਰਦਾਨ ਕਰਦੇ ਹਨ। ਸੋ ਅਲੱਗ-ਅਲੱਗ ਜੋ ਸਾਡੇ ਕੋਲੇ ਟਾਈਪਸ ਆਫ ਇੰਟਰਨੈਟ ਕਮਿਊਨੀਕੇਸ਼ਨ ਹੈ ਉਹ ਕੀ ਹੈ, ਆਓ ਅਸੀਂ ਇਹਨਾਂ ਬਾਰੇ ਜਾਣਕਾਰੀ ਲਈਏ। ਸੋ ਫਸਟ ਆਫ ਆਲ देयर इज social media sites. So social media sites, almost everyone with access to web has a social media account, whether it's a Facebook account or a Twitter account or Instagram or whatever account they are having. So a single post can connect us to a friend or loved one through means of liking, sharing and commenting. So ਅਸੀਂ ਕਹਿ ਸਕਦੇ ਹਾਂ ਪਿਆਰੇ ਵਿਦਿਆਰਥੀਓ ਕਿ ਅੱਜ ਵੈਬ ਤੱਕ ਪਹੁੰਚ ਕਰਨ ਵਾਲੇ ਲਗਭਗ ਹਰੇਕ ਦੇ ਕੋਲ ਇੱਕ ਸੋਸ਼ਲ ਮੀਡੀਆ ਦਾ ਅਕਾਊਂਟ ਹੈ। ਉਹ ਅਕਾਊਂਟ ਚਾਹੇ ਉਸਦੇ ਫੇਸਬੁੱਕ ਅਕਾਊਂਟ ਹੋ ਸਕਦਾ ਹੈ, ਚਾਹੇ ਇੱਕ ਟਵਿੱਟਰ ਅਕਾਊਂਟ ਹੋ ਸਕਦਾ ਹੈ ਜਾਂ ਇੰਸਟਾਗ੍ਰਾਮ ਅਕਾਊਂਟ ਹੋ ਸਕਦਾ ਹੈ, ਕੋਈ ਵੀ ਅਕਾਊਂਟ ਆਪਣੇ ਕੋਲ ਇੰਟਰਨੈਟ ਤੇ ਕੰਮ ਕਰਨ ਲਈ ਉਹ ਯੂਜ਼ ਕਰ ਸਕਦਾ ਹੈ। ਜਦੋਂ ਅਸੀਂ ਕੋਈ ਵੀ ਪੋਸਟ ਕਰਦੇ ਹਾਂ, ਇੱਕੋ ਪੋਸਟ ਸਾਨੂੰ ਆਪਣੇ ਦੋਸਤਾਂ ਨਾਲ ਪਸੰਦ, ਸ਼ੇਅਰਿੰਗ ਜਾਂ ਟਿੱਪਣੀ ਦੇ ਜ਼ਰੀਏ ਜੋੜ ਸਕਦੀ ਹੈ। ਸੋ ਨੈਕਸਟ ਟੌਪਿਕ ਇਜ਼ instant messaging. So instant message or IM is sending a real-time message from one user to another user. So we use messengers for this type of communication, that is Yahoo Messenger or Windows Live Messenger or any other messenger. So ਅਸੀਂ ਕਹਿ ਸਕਦੇ ਹਾਂ ਪਿਆਰੇ ਵਿਦਿਆਰਥੀ, so instant message ਜਾਂ IM ਜੋ ਹੈ ਇੱਕ ਯੂਜ਼ਰ ਨੂੰ ਦੂਸਰੇ ਯੂਜ਼ਰ ਦੇ ਨਾਲ ਇੱਕ ਰੀਅਲ ਟਾਈਮ ਸੰਦੇਸ਼ ਭੇਜਦਾ ਹੈ। ਇਸ ਲਈ ਅਸੀਂ ਜੋ ਮੈਸੇਂਜਰਸ ਦਾ ਯੂਜ਼ ਕਰਦੇ ਹਾਂ ਜਾਂ ਸੌਫਟਵੇਅਰ ਦਾ ਯੂਜ਼, ਐਪਲੀਕੇਸ਼ਨਸ ਦਾ ਯੂਜ਼ ਕਰਦੇ ਹਾਂ, ਉਹ ਹਨ Yahoo Messenger ਜਾਂ Windows Live Messenger ਜਾਂ ਇਸ ਤਰੀਕੇ ਦੇ ਐਪਲੀਕੇਸ਼ਨ ਨੂੰ ਅਸੀਂ ਯੂਜ਼ ਕਰ ਸਕਦੇ ਹਾਂ। ਨੈਕਸਟ ਟੌਪਿਕ ਹੈ ਈਮੇਲ। Electronic mail or email is a new version of the traditional mail. This is more likely to be performed when engaging with the person officially. So electronic mail या एक email एक नवा संचार ਦਾ ਤਰੀਕਾ ਹੈ। ਸਾਡੇ ਰਿਵਾਇਤੀ ਮੇਲ ਦੇ ਰਾਹੀਂ ਜੋ ਸੀ ਪੋਸਟ ਆਫਿਸ ਦੇ ਰਾਹੀਂ ਅਸੀਂ ਮੇਲ ਭੇਜਦੇ ਸੀ, ਇਹ ਜ਼ਿਆਦਾਤਰ ਅਧਿਕਾਰਤ ਤੌਰ ਤੇ ਜਾਂ ਆਫੀਸ਼ੀਅਲੀ ਕਿਸੇ ਵਿਅਕਤੀ ਦੇ ਨਾਲ ਜੁੜਨ ਲਈ ਅਸੀਂ ਜ਼ਿਆਦਾਤਰ ਇਸਤੇਮਾਲ ਕਰਦੇ ਹਾਂ। So next topic is forum. Forum are specifically directed to people who have questions or wants to start an idea or thought through group discussions. So forum ਕੀ ਹਨ ਇੱਕ specifically ਲੋਕਾਂ ਲਈ ਬਣਾਇਆ ਗਿਆ ਹੈ ਜਿਨ੍ਹਾਂ ਦੇ ਕੋਲੇ ਕੁਝ ਪ੍ਰਸ਼ਨ ਹਨ ਜਾਂ ਕੁਝ ਗਰੁੱਪ ਦੇ ਅੰਦਰ ਡਿਸਕਸ਼ਨ ਕਰਨਾ ਚਾਹੁੰਦੇ ਹਨ ਕਿਸੇ ਆਈਡੀਆ ਨੂੰ ਲੈ ਕੇ ਜਾਂ ਕਿਸੇ ਥਾਟ ਨੂੰ ਲੈ ਕੇ। ਇਹੋ ਜਿਹੇ ਲੋਕ ਆਪਣੇ ਆਈਡੀਆਜ਼ ਨੂੰ ਜਾਂ ਥਾਟਸ ਨੂੰ ਫੋਰਮ ਦੇ ਉੱਪਰ ਜਾ ਕੇ ਡਿਸਕਸ ਕਰ ਸਕਦੇ। Each post is classified as a thread. So each post is classified as a thread and normally monitored by a mod or a moderator who can either edit or remove unnecessary posts
that are irrelevant to the discussion at that time. So ਅਸੀਂ ਕਹਿ ਸਕਦੇ ਹਾਂ ਕਿ ਜੋ ਹਰੇਕ ਪੋਸਟ ਹੈ ਉਸ ਨੂੰ ਜਦੋਂ ਅਸੀਂ ਪੋਸਟ ਕਰਦੇ ਹਾਂ ਫੋਰਮ ਦੇ ਉੱਪਰ ਤੁਹਾਨੂੰ ਥ੍ਰੈਡ ਕਿਹਾ ਜਾਂਦਾ ਹੈ ਅਤੇ ਆਮ ਤੌਰ ਤੇ ਇੱਕ ਮੋਡ ਜਾਂ ਇੱਕ ਮੋਡਰੇਟਰ ਜੋ ਹੈ ਉਹ ਇਸ ਥ੍ਰੈਡਸ ਦੀ ਨਿਗਰਾਨੀ ਕਰਦਾ ਹੈ ਅਤੇ ਦੇਖਦਾ ਹੈ ਕਿ ਕੋਈ ਬੇਲੋੜੀ ਪੋਸਟ ਹੈ ਅਗਰ ਉਹਨੂੰ ਸੰਪਾਦਿਤ ਕਰੇਗਾ ਐਡਿਟ ਕਰੇਗਾ ਜਾਂ ਉਸ ਪੋਸਟ ਨੂੰ ਹਟਾਏਗਾ ਜੋ ਆਪਣੇ ਕੋਲੇ ਬੇਲੋੜੀ ਜਾਂ ਅਨਵਾਂਟਡ ਮਟੀਰੀਅਲ ਤੁਸੀਂ ਕੀ ਕੀਤਾ ਹੈ ਉਸ ਦੇ ਉੱਤੇ ਪੋਸਟ ਕੀਤਾ ਹੋਇਆ ਹੈ ਜੋ ਗੱਲਬਾਤ ਦੇ ਨਾਲ ਡਿਸਕਸ਼ਨ ਦੇ ਨਾਲ ਜੋ ਹੈ ਸੰਬੰਧਿਤ ਨਹੀਂ ਹੈ ਸੋ ਨੈਕਸਟ ਟੌਪਿਕ ਇਜ਼ ਬਲੌਗ so blog is our pre-internet journal or diary before a journal zooms in on one person's life story. So now a blog is used for more than live sharing. So ਅਸੀਂ ਕਹਿ ਸਕਦੇ ਹਾਂ ਕਿ ਜੋ ਬਲੌਗ ਹੈ ਉਹ ਸਾਡੀ ਪ੍ਰੀ ਇੰਟਰਨੈਟ ਜਰਨਲ ਦੇ ਰੂਪ 'ਚ ਹੈ ਜਾਂ ਇੱਕ ਡਾਇਰੀ ਦੇ ਰੂਪ 'ਚ ਅਸੀਂ ਇਹਨੂੰ ਮੰਨ ਸਕਦੇ ਹਾਂ ਸੋ ਪਹਿਲਾਂ ਕੀ ਹੁੰਦਾ ਸੀ ਕਿ ਰਸਾਲਾ ਜੋ ਹੈ ਇੱਕ ਵਿਅਕਤੀ ਦੀ ਜ਼ਿੰਦਗੀ ਦੇ ਉੱਤੇ ਰੋਸ਼ਨੀ ਪਾਉਂਦਾ ਸੀ ਜਾਂ ਇੱਕ ਕਹਾਣੀ ਤੇ ਆਪਣੇ ਕੋਲੇ ਚਾਨਣ ਪਾਉਂਦਾ ਸੀ ਪਰ ਹੁਣ ਜੋ ਬਲੌਗ ਹੈ ਉਸ ਦੀ ਵਰਤੋਂ ਜੋ ਹੈ ਉਹ ਜੀਵਨ ਦੀਆਂ ਗੱਲਾਂ ਦੀ ਸਾਂਝ ਤੋਂ ਵੱਧ ਕੇ ਕੀਤੀ ਜਾਂਦੀ ਹੈ ਸੋ ਟੁਡੇ people do blog to earn money by promoting products, information sharing, giving tutorials, and even making political statements. आज लोग सिर्फ अपनी जीवनी ਦੇ ਉੱਪਰ ਚਾਨਣ ਪਾਉਣ ਲਈ ਬਲੌਗਸ ਨੂੰ ਯੂਜ਼ ਨਹੀਂ ਕਰ ਰਹੇ ਪਰ ਲੋਕ ਅੱਜ ਇੰਟਰਨੈਟ ਦੇ ਉੱਪਰ ਬਲੌਗਸ ਨੂੰ ਇੱਕ ਕਮਾਈ ਦੇ ਲਈ ਵੀ ਇਸਤੇਮਾਲ ਕਰ ਰਹੇ ਹਨ ਲੋਕ ਅੱਜ ਆਪਣੇ ਕੋਲੇ ਅਲੱਗ-ਅਲੱਗ ਪ੍ਰੋਡਕਟਸ ਨੂੰ ਪ੍ਰਮੋਟ ਕਰਨ ਲਈ ਇਸ ਨੂੰ ਯੂਜ਼ ਕਰਦੇ ਹਨ ਉਹ ਇੰਟਰਨੈਟ ਦੇ ਉੱਪਰ ਟਿਊਟੋਰੀਅਲਸ ਬਣਾ ਕੇ ਇਸ ਪੇਸ਼ ਕਰ ਸਕਦੇ ਹਨ ਆਪਣੀ ਕੋਈ ਜਾਣਕਾਰੀ ਹੈ ਉਸ ਨੂੰ ਸਾਂਝਾ ਕਰ ਸਕਦੇ ਹਨ ਲੋਕਾਂ ਤੱਕ ਪਹੁੰਚਾ ਸਕਦੇ ਹਨ ਅਤੇ ਇੱਥੇ ਤੱਕ ਕਿ ਰਾਜਨੀਤਿਕ ਬਿਆਨ ਤੱਕ ਵੀ ਬਲੌਗ ਦੇ ਉੱਪਰ ਕਰ ਸਕਦੇ ਹਨ people can comment and subscribe to their blogs if they like the comments so ਲੋਕ ਕੀ ਕਰ ਸਕਦੇ ਹਨ ਤੁਹਾਡੇ ਬਲੌਗਸ ਅਗਰ ਉਹਨਾਂ ਨੂੰ ਪਸੰਦ ਆਉਂਦੇ ਹਨ ਤਾਂ ਆਪਣੀ ਟਿੱਪਣੀ ਕਰ ਸਕਦੇ ਹਨ ਜਾਂ ਇਹਨਾਂ ਨੂੰ ਲਾਈਕ ਤਾਂ ਸ਼ੇਅਰ ਵੀ ਕਰ ਸਕਦੇ ਹਨ ਮਤਲਬ ਸਬਸਕ੍ਰਾਈਬ ਕਰ ਸਕਦੇ ਹਨ so there are some points to be noted as we all are working on the internet so when we are communicating on the internet we must take special care not to give out our personal information to strangers ਸੋ ਪਹਿਲੀ ਗੱਲ ਪਿਆਰੇ ਵਿਦਿਆਰਥੀ ਜੋ ਤੁਹਾਡੇ ਦੇਖਣ ਲਈ ਹੈ ਇੰਟਰਨੈਟ ਦੇ ਉੱਪਰ ਜਦੋਂ ਕਿ ਅਸੀਂ ਕੰਮ ਕਰਦੇ ਹਾਂ ਉਹ ਇਹ ਹੈ ਕਿ ਜਦੋਂ ਤੁਸੀਂ ਇੱਕ ਦੂਜੇ ਨਾਲ ਗੱਲਬਾਤ ਕਰ ਰਹੇ ਹੋ ਇੰਟਰਨੈਟ ਦੇ ਉੱਪਰ ਤਾਂ ਕਦੇ ਵੀ ਆਪਣੀ ਨਿੱਜੀ ਜਾਣਕਾਰੀ ਕਿਸੇ ਵੀ ਅਜਨਬੀ ਨੂੰ ਨਾ ਦਿਓ with those people that we cannot see and may never meet personally ਕਿਉਂਕਿ ਇੰਟਰਨੈਟ ਦੇ ਉੱਪਰ ਜੋ ਲੋਕ ਹਨ ਉਹਨਾਂ ਨੂੰ ਅਸੀਂ ਕਦੇ ਵੀ ਦੇਖ ਨਹੀਂ ਸਕਦੇ ਸਾਨੂੰ ਨਹੀਂ ਪਤਾ ਜੋ ਉਹ ਐਕਚੁਅਲੀ ਕਹਿ ਰਹੇ ਹਨ ਉਹ ਐਕਚੁਅਲੀ ਉਹ ਹੈ ਵੀ ਜਾਂ ਨਹੀਂ ਵੀ ਹੈ ਕਿਉਂਕਿ ਇੰਟਰਨੈਟ ਦੇ ਉੱਪਰ ਅਸੀਂ ਨਹੀਂ ਤਾਂ ਉਹਨਾਂ ਨੂੰ ਦੇਖ ਸਕਦੇ ਹਾਂ ਕਿ ਉਹ ਐਕਚੁਅਲ ਪਰਸਨਸ ਹਨ ਜਾਂ ਨਹੀਂ ਹਨ ਦੂਸਰੀ ਚੀਜ਼ ਅਸੀਂ ਜ਼ਿੰਦਗੀ ਦੇ ਅੰਦਰ ਪਤਾ ਨਹੀਂ ਉਹਨਾਂ ਨੂੰ ਕਦੇ ਵੀ ਮਿਲ ਵੀ ਸਕਾਂਗੇ ਪਰਸਨਲੀ ਜਾਂ ਨਹੀਂ ਮਿਲ ਸਕਾਂਗੇ ਸੋ ਟੇਕ ਟਾਈਮ ਟੂ ਕੰਸੀਡਰ what we write to others and be careful to avoid humors sarcasm except with the best of friends ਸੋ ਸਾਨੂੰ ਜੋ ਹੈ ਬੇਲੋੜੀ ਜੋ ਹੈ ਭਾਸ਼ਾ ਨੂੰ ਨਹੀਂ ਇਸਤੇਮਾਲ ਕਰਨਾ ਚਾਹੀਦਾ ਦੂਜੇ ਨਾਲ ਸਾਨੂੰ ਸੋਚਣਾ ਚਾਹੀਦਾ ਅਸੀਂ ਕੀ ਲਿਖ ਰਹੇ ਹਾਂ ਇੱਕ ਗੱਲ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਜੋ ਅਸੀਂ ਦੂਜਿਆਂ ਨੂੰ ਲਿਖਦੇ ਹਾਂ ਉਸ ਬਾਰੇ ਵਿਚਾਰ ਕਰਨ ਲਈ ਸਮਾਂ ਕੱਢੋ ਅਤੇ ਚੰਗੇ ਦੋਸਤਾਂ ਨੂੰ ਛੱਡ ਕੇ ਹਾਸੇ ਮਜ਼ਾਕ ਜਾਂ ਵਿਅੰਗ ਦੂਜਿਆਂ ਦੇ ਉੱਤੇ ਨਾ ਕਰੋ ਅਸੀਂ ਇਹ ਨਹੀਂ ਮੰਨ ਸਕਦੇ ਕਿ ਸਾਡਾ ਜੋ ਸੰਦੇਸ਼ ਹੈ ਉਹ ਨਿੱਜੀ ਹੈ ਅਤੇ ਇਸ ਲਈ ਸਾਵਧਾਨ ਰਹੋ ਕਿ ਅਸੀਂ ਕੀ ਲਿਖ ਰਹੇ ਹਾਂ ਨੈਕਸਟ ਟੌਪਿਕ ਹੈ ਸਾਡੇ ਕੋਲ ਜੌਬ ਸਰਚ ਸੋ ਇੰਟਰਨੈਟ ਇਜ਼ ਐਨ ਐਕਸਲੈਂਟ ਟੂਲ ਟੂ ਲੋਕੇਟ ਅ ਜੌਬ ਇਫ ਯੂ ਆਰ ਲੁਕਿੰਗ ਫॉर ਅ ਜੌਬ the internet is a great way to find and apply for advertised jobs and to post our resume where employees can view it so ਅਸੀਂ ਕਹਿ ਸਕਦੇ ਹਾਂ ਕਿ ਇੰਟਰਨੈਟ ਤੇ ਨੌਕਰੀ ਲੱਭਣ ਦਾ ਇੰਟਰਨੈਟ ਇੱਕ ਬਹੁਤ ਵਧੀਆ ਸਾਧਨ ਹੈ ਜੇ ਅਸੀਂ ਕਿਸੇ ਨੌਕਰੀ ਦੀ ਭਾਲ ਕਰ ਰਹੇ ਹਾਂ ਤਾਂ ਇਸ਼ਤਿਹਾਰ ਵਾਲੀਆਂ ਨੌਕਰੀਆਂ ਲੱਭਣ ਲਈ ਇੰਟਰਨੈਟ ਬਹੁਤ ਵਧੀਆ ਇੱਕ ਆਸਾਨੀ ਨਾਲ ਸਾਡੇ ਕੋਲੇ ਇੱਕ ਸੋਰਸ ਉਪਲਬਧ ਕਰਾ ਸਕਦਾ ਹੈ
ਅਪਲਾਈ ਕਰਨਾ, ਆਪਣੇ ਰਿਜ਼ਿਊਮ ਪੋਸਟ ਕਰਨੇ ਇੰਟਰਨੈਟ ਦੇ ਉੱਤੇ ਵਧੀਆ ਢੰਗ ਨਾਲ ਕੀਤੇ ਜਾ ਸਕਦੇ ਹਨ, ਜਿੱਥੇ ਆਪਣਾ ਜੋ EMPLOYER ਹੈ, ਮਤਲਬ ਜੋ ਨੌਕਰੀ ਦੇਣ ਵਾਲਾ ਪਰਸਨ ਹੈ, ਉਹ ਸਾਡੇ ਉਹ ਰਿਜ਼ਿਊਮੇ ਨੂੰ ਦੇਖ ਸਕਦਾ ਹੈ ਅਤੇ ਅਗਰ ਉਹ ਪਸੰਦ ਆਏ ਉਹਨੂੰ, ਸਾਡੀ ਕੁਆਲੀਫਿਕੇਸ਼ਨ ਜਾਂ ਸਾਡਾ ਤਜਰਬਾ ਉਹਨੂੰ ਪਸੰਦ ਆਉਂਦਾ ਹੈ ਤਾਂ ਸਾਨੂੰ ਇੰਟਰਵਿਊ ਲਈ ਕਾਲ ਕਰ ਸਕਦਾ ਹੈ। So ways to use internet for job search. So अपने को अलग-अलग ढंग हैं job search ਲਈ कि किस तरीके ਨਾਲ ਅਸੀਂ job search कर सकते हैं internet ਦੇ ਉੱਪਰ। So first point is job search engines. As lots of us already know what are the search engines. So here is job search engine. So job search engine only searches for the jobs. So they can be more effective for work search than general search engines. For example, monsterindia.com, naukri.com, naukrihub.com, timesjobs.com sector. ਸਾਡੇ ਕੋਲ ਅਲੱਗ-ਅਲੱਗ ਢੰਗ ਹਨ ਨੌਕਰੀਆਂ ਨੂੰ ਢੂੰਡਣ ਲਈ ਇੰਟਰਨੈਟ ਦੇ ਉੱਪਰ। ਸੋ ਫਸਟ ਪੁਆਇੰਟ ਹੈ ਜੌਬ ਸਰਚ ਇੰਜਨ ਦੇ ਰਾਹੀਂ। ਸੋ ਜੌਬ ਸਰਚ ਇੰਜਨ ਜਿਵੇਂ ਕਿ ਆਪਾਂ ਨੂੰ ਆਲਰੇਡੀ ਪਤਾ ਹੈ ਬਹੁਤਾਂ ਨੂੰ, ਸਰਚ ਇੰਜਨਸ ਕੀ ਹੁੰਦੇ ਹਨ, ਕਿਸੇ ਇੰਟਰਨੈਟ ਤੇ ਕੋਈ ਜਾਣਕਾਰੀ ਲੱਭਣੀ ਹੁੰਦੀ ਹੈ ਤਾਂ ਅਸੀਂ ਗੂਗਲ ਵਗੈਰਾ ਨੂੰ ਯੂਜ਼ ਕਰਦੇ ਹਾਂ ਤਾਂ ਕਿ ਅਸੀਂ ਸਰਚਿੰਗ ਕਰ ਸਕੀਏ। ਪਰ ਜੌਬ ਸਰਚ ਇੰਜਨ ਸਪੈਸੀਫਿਕਲੀ ਤੁਹਾਡੀ ਜੌਬ ਸਰਚਿੰਗ ਲਈ ਯੂਜ਼ ਕੀਤੇ ਜਾਂਦੇ ਹਨ, ਜੋ ਸਾਡੇ ਲਈ ਕੁਝ ਹੋਰ ਸਰਚ ਨਹੀਂ ਕਰਨਗੇ, ਸਿਰਫ ਉਹੀ ਪੰਨਿਆਂ ਨੂੰ ਢੂੰਡਣਗੇ ਜੋ ਕਿ ਜੌਬਸ ਦੇ ਨਾਲ ਰਿਲੇਟਡ ਹਨ ਤੇ ਇੱਕ ਪ੍ਰਭਾਵਸ਼ਾਲੀ ਤੁਹਾਡੀ ਖੋਜ ਇਸ ਦੇ ਰਾਹੀਂ ਹੋ ਸਕਦੀ ਹੈ। ਸੋ ਜੌਬ ਸਰਚ ਇੰਜਨ ਲਈ ਅਲੱਗ-ਅਲੱਗ ਸਾਈਟਾਂ ਹਨ ਮੇਨਲੀ ਜੋ ਅਸੀਂ ਯੂਜ਼ ਕਰ ਸਕਦੇ ਹਾਂ, ਜੋ ਪਪੂਲਰ ਹਨ। ਉਹ ਹੈ monsterindia.com, ਆਪਣੇ ਕੋਲੇ naukri.com, naukrihub.com, timesjobs.com। ਸੋ ਇਹ ਅਲੱਗ-ਅਲੱਗ ਸਾਈਟਾਂ ਹਨ ਜਿੱਥੇ ਜਾ ਕੇ ਤੁਸੀਂ ਆਪਣੀ ਵਾਸਤੇ ਜੌਬਸ ਨੂੰ ਢੂੰਡ ਸਕਦੇ ਹੋ। Next point is social media. Social media can allow us to get up close and personal with potential employers. So Twitter gives you the ability to follow companies and recruiters who may offer information about upcoming job openings. Similarly, Facebook is filled with corporate pages that include career information. So ਪਿਆਰੇ ਵਿਦਿਆਰਥੀਓ, ਅਗਲਾ ਪੁਆਇੰਟ ਹੈ ਸਾਡੇ ਕੋਲੇ ਸੋਸ਼ਲ ਮੀਡੀਆ। ਸੋਸ਼ਲ ਮੀਡੀਆ ਸਾਨੂੰ ਸੰਭਾਵਿਤ ਮਾਲਕਾਂ ਨਾਲ ਨਜ਼ਦੀਕੀ ਅਤੇ ਨਿੱਜੀ ਬਣਨ ਦੀ ਆਗਿਆ ਦਿੰਦਾ ਹੈ। ਟਵਿੱਟਰ ਤੁਹਾਨੂੰ ਕੰਪਨੀਆਂ ਅਤੇ ਭਰਤੀ ਕਰਨ ਵਾਲੇ EMPLOYERS ਨੂੰ ਫੋਲੋ ਕਰਨ ਦੀ ਸਮਰੱਥਾ ਪ੍ਰਦਾਨ ਕਰਦਾ ਹੈ ਜੋ ਆਉਣ ਵਾਲੇ ਤੁਹਾਡੇ ਕੋਲੇ ਨੌਕਰੀਆਂ ਵਾਸਤੇ ਤੁਹਾਨੂੰ ਦੱਸ ਸਕਦੇ ਹਨ। ਇਸੇ ਤਰ੍ਹਾਂ ਫੇਸਬੁੱਕ ਜੋ ਹੈ ਉਹ ਅਲੱਗ-ਅਲੱਗ ਕਾਰਪੋਰੇਟ ਪੰਨਿਆਂ ਨਾਲ ਭਰਿਆ ਹੋਇਆ ਹੈ ਜਿਸ ਵਿੱਚ ਕੈਰੀਅਰ ਦੀ ਜਾਣਕਾਰੀ ਵੀ ਸ਼ਾਮਿਲ ਹੈ। Social media is not just about receiving information. We can use it to contact potential employers and to actively network in our job search. So, social media जो है प्यारे विद्यार्थियों सिर्फ एक जानकारी प्राप्त करने का साधन नहीं है, बल्कि ਅਸੀਂ ਆਪਣੇ ਸੰਭਾਵਿਤ EMPLOYERS ਦੇ ਨਾਲ ਸੰਪਰਕ ਕਰ ਸਕਦੇ ਹਾਂ ਅਤੇ ਸਾਡੀ ਨੌਕਰੀ ਦੀ ਭਾਲ ਵਿੱਚ ਇਹ ਸਰਗਰਮੀ ਨਾਲ ਜੁੜਨ ਲਈ ਇੱਕ ਬਹੁਤ ਜ਼ਿਆਦਾ ਸਹਾਇਕ ਹੋ ਸਕਦੇ ਹਨ। So our next topic is to visit employers' website to look for jobs and work opportunity. Many employers prefer to hire directly through their websites, which are often a useful source of easily access information about their organization. So अगला टॉपिक जो है वो है कि ਅਸੀਂ employers ਦੀ ਵੈਬਸਾਈਟਾਂ ਤੇ ਜਾਈਏ ਅਤੇ ਉੱਥੇ ਜਾ ਕੇ ਅਸੀਂ ਜੌਬ ਓਪਰਚੁਨਿਟੀਜ਼ ਜਾਂ ਵਰਕ ਓਪਰਚੁਨਿਟੀਜ਼ ਬਾਰੇ ਦੇਖ ਸਕਦੇ ਹਾਂ। ਬਹੁਤ ਸਾਰੇ ਮਾਲਕ ਆਪਣੀ ਵੈਬਸਾਈਟਾਂ ਜੋ ਹਨ ਉਹਨਾਂ ਦੇ ਦੁਆਰਾ ਸਿੱਧੇ ਤੌਰ ਤੇ ਉਹ ਭਰਤੀ ਕਰਨ ਵਿੱਚ ਜ਼ਿਆਦਾ ਤਰਜੀਹ ਦਿੰਦੇ ਹਨ ਜੋ ਉਹਨਾਂ ਦੇ ਆਰਗੇਨਾਈਜੇਸ਼ਨ ਬਾਰੇ ਆਸਾਨੀ ਨਾਲ ਜਾਣਕਾਰੀ ਦੇ ਕੇ ਇੱਕ ਲਾਭਕਾਰੀ ਹੁੰਦੇ ਹਨ। So next topic is presenting your resume. So when we are searching for job, it's the most important part of our job search. So our job research isn't just about finding the right job. It's about convincing employers that we are the right person for their job. Don't start job search without giving due thought to your resume, because a strong resume does wonder for our chances of making it to the interview stage. So अगला टॉपिक है साडे कोले अपना resume पेश करना।
सो प्यारे विद्यार्थियों, सिर्फ जॉब ढूंढना एक मेन काम नहीं है। ਸਾਡੀ ਨੌਕਰੀ ਦੀ ਭਾਲ ਸਿਰਫ ਸਾਡੀ ਸਹੀ ਨੌਕਰੀ ਲੱਭਣ ਬਾਰੇ ਨਹੀਂ ਹੈ, ਇਹ EMPLOYERS ਨੂੰ ਯਕੀਨ ਦਿਵਾਉਣ ਬਾਰੇ ਹੈ ਕਿ ਅਸੀਂ ਨੌਕਰੀ ਲਈ ਸਹੀ ਉਮੀਦਵਾਰ ਹਾਂ। ਆਪਣੇ ਰਿਜ਼ਿਊਮੇ ਤੇ ਸਹੀ ਵਿਚਾਰ ਕੀਤੇ ਬਗੈਰ ਨੌਕਰੀ ਦੀ ਭਾਲ ਸ਼ੁਰੂ ਨਾ ਕਰੋ, ਕਿਉਂਕਿ ਇੱਕ ਵਧੀਆ ਰਿਜ਼ਿਊਮੇ ਸਾਨੂੰ ਇੰਟਰਵਿਊ ਦੇ ਪੜਾਅ ਤੱਕ ਪਹੁੰਚਾ ਸਕਦਾ ਹੈ। ਅਤੇ ਜਦੋਂ ਇੱਕ EMPLOYER ਸਾਡੇ ਰਿਜ਼ਿਊਮੇ ਨੂੰ ਦੇਖਦਾ ਹੈ, ਅਗਰ ਸਾਡਾ ਰਿਜ਼ਿਊਮੇ ਜੋ ਹੈ ਬਹੁਤ ਜ਼ਿਆਦਾ ਇਫੈਕਟਿਵ ਜਾਂ ਪ੍ਰਭਾਵਸ਼ਾਲੀ ਹੈ, ਤਾਂ ਉਸ ਦੇ ਨਾਲ ਸਾਡਾ ਜੋ EMPLOYER ਹੈ ਉਹ ਬਹੁਤ ਜ਼ਿਆਦਾ ਸਾਡੇ ਤੋਂ ਇੰਪ੍ਰੈਸ ਹੋ ਸਕਦਾ ਹੈ ਅਤੇ ਸਾਨੂੰ ਇੰਟਰਵਿਊ ਲਈ ਬੁਲਾ ਸਕਦਾ ਹੈ। ਸੋ ਰਿਜ਼ਿਊਮੇ ਲਿਖਣਾ ਇੱਕ ਕਲਾ ਹੈ ਜੋ ਸਾਨੂੰ ਇੰਟਰਨੈਟ ਦੇ ਉੱਪਰ ਜਾ ਕੇ ਅਸੀਂ ਸਿੱਖ ਸਕਦੇ ਹਾਂ। So the next topic is online shopping. Today, as the epidemic is going on all over the world, so most of the people are going on the online shopping these days. So it might be possible that you are also aware about the online shopping. So online shopping is the action or activity to buy goods or services over the internet. In simple words, it is a form of electronic commerce which allow consumers to directly buy goods or services from a seller over the internet using their browser. So ਪਿਆਰੇ ਵਿਦਿਆਰਥੀ, ਜਿਵੇਂ ਕਿ ਤੁਸੀਂ ਅੱਜ ਕੱਲ੍ਹ ਜਾਣਦੇ ਹੋ ਕਿ ਅਸੀਂ ਐਪੀਡੈਮਿਕ ਦੇ ਦੌਰ ਚੋਂ ਗੁਜ਼ਰ ਰਹੇ ਹਾਂ, ਜੋ ਕਿ ਕੋਰੋਨਾ ਵਾਇਰਸ ਹੈ ਪੂਰੇ ਦੁਨੀਆ ਭਰ 'ਚ। ਅੱਜ ਮੋਸਟਲੀ ਸਾਰੇ ਲੋਕ ਜੋ ਹੈ ਇੰਟਰਨੈਟ ਸ਼ਾਪਿੰਗ ਨਾਲ ਅਵੇਅਰ ਹੋ ਚੁੱਕੇ ਹਨ। ਮੇਰਾ ਵਿਸ਼ਵਾਸ ਹੈ ਕਿ ਤੁਸੀਂ ਵੀ ਹੋ ਸਕਦਾ ਹੈ ਇਸ ਦੇ ਬਾਰੇ ਅਵੇਅਰ ਹੋਵੋਗੇ ਕਿ ਆਨਲਾਈਨ ਸ਼ਾਪਿੰਗ ਹੁੰਦੀ ਕੀ ਹੈ ਜਾਂ ਤੁਸੀਂ ਕੀਤੀ ਵੀ ਹੋਏਗੀ। ਸੋ ਆਨਲਾਈਨ ਸ਼ਾਪਿੰਗ ਇੰਟਰਨੈਟ ਰਾਹੀਂ ਚੀਜ਼ਾਂ ਜਾਂ ਸੇਵਾਵਾਂ ਖਰੀਦਣ ਦੀ ਇੱਕ ਪ੍ਰਕਿਰਿਆ ਹੈ। ਸਰਲ ਸ਼ਬਦਾਂ 'ਚ ਜਾਂ ਦੂਸਰੇ ਸ਼ਬਦਾਂ 'ਚ ਅਸੀਂ ਕਹਿ ਸਕਦੇ ਹਾਂ ਕਿ ਇਲੈਕਟ੍ਰੋਨਿਕ ਕਮਰਸ ਦਾ ਇੱਕ ਰੂਪ ਹੈ ਜੋ ਕੰਜ਼ਿਊਮਰਸ ਨੂੰ ਵੈਬ ਬਰਾਊਜ਼ਰ ਦੀ ਸਹਾਇਤਾ ਦੇ ਨਾਲ ਇੰਟਰਨੈਟ ਤੇ ਸਿੱਧੇ ਜੋ ਵਿਕਰੇਤਾ ਹਨ ਉਹਨਾਂ ਤੋਂ ਆਪਣੀ ਚੀਜ਼ਾਂ ਨੂੰ ਆਪਾਂ ਖਰੀਦ ਸਕਦੇ ਹਾਂ ਜਾਂ ਡਾਇਰੈਕਟ ਕੰਪਨੀਆਂ ਤੋਂ ਆਪਾਂ ਚੀਜ਼ਾਂ ਨੂੰ ਖਰੀਦ ਸਕਦੇ ਹਾਂ। ਸੋ ਅਗਰ ਸਿੰਪਲ ਸ਼ਬਦਾਂ ਅੰਦਰ ਬੋਲੀਏ ਤਾਂ ਇੱਕ ਇਲੈਕਟ੍ਰੋਨਿਕ ਕਮਰਸ ਦਾ ਇੱਕ ਰੂਪ ਹੈ ਜੋ ਯੂਜ਼ਰਸ ਨੂੰ ਵੈਬ ਬਰਾਊਜ਼ਰ ਦੀ ਵਰਤੋਂ ਕਰਕੇ ਆਪਣੇ ਇੰਟਰਨੈਟ ਤੇ ਸਿੱਧੇ ਵਿਕਰੇਤਾ ਤੋਂ ਚੀਜ਼ਾਂ ਨੂੰ ਜਾਂ ਸੇਵਾਵਾਂ ਨੂੰ ਖਰੀਦਣ ਦੀ ਆਗਿਆ ਦਿੰਦਾ ਹੈ। ਸੋ ਵੀ ਕੈਨ ਡੂ ਆਨਲਾਈਨ ਸ਼ਾਪਿੰਗ ਫਰੋਮ ਐਨੀ ਸਟੋਰ ਆਨਲਾਈਨ। So now what's the online store? Online store can be a small local store or a major retailer or an e-commerce store, or you can say an individual who sells the product through a third party site. So ਅਸੀਂ online shopping ਜੋ ਹੈ online store ਤੋਂ ਕਰ ਸਕਦੇ ਹਾਂ। ਹੁਣ online store ਹੁੰਦਾ ਕੀ ਹੈ? Online store ਇੱਕ ਵੈਬਸਾਈਟ ਹੈ ਜਿਸ ਦੇ ਰਾਹੀਂ ਅਸੀਂ ਆਪਣੀ ਚੀਜ਼ਾਂ ਨੂੰ ਖਰੀਦ ਸਕਦੇ ਹਾਂ। ਸੋ ਆਨਲਾਈਨ ਸਟੋਰ ਜੋ ਹੈ ਉਹ ਇੱਕ ਲੋਕਲ ਆਪਣੇ ਕੋਲੇ ਸਟੋਰ ਹੋ ਸਕਦਾ ਹੈ, ਤੁਹਾਡਾ ਸਥਾਨਕ ਸਟੋਰ ਹੋ ਸਕਦਾ ਹੈ, ਜਾਂ ਇੱਕ ਆਪਣੇ ਕੋਲੇ ਵੱਡਾ ਆਪਣੇ ਕੋਲੇ ਪਰਚੂਨ ਵਿਕਰੇਤਾ ਹੋ ਸਕਦਾ ਹੈ, ਜਾਂ ਇੱਕ ਈ-ਕਮਰਸ ਸਟੋਰ ਹੋ ਸਕਦਾ ਹੈ, ਜਾਂ ਕੋਈ ਵਿਅਕਤੀ ਹੋ ਸਕਦਾ ਹੈ ਜੋ ਆਪਣੇ ਕੋਲੇ ਥਰਡ ਪਾਰਟੀ ਸਾਈਟ ਨੂੰ ਯੂਜ਼ ਕਰਕੇ ਆਪਣੇ ਪ੍ਰੋਡਕਟਸ ਨੂੰ ਵੇਚ ਰਿਹਾ ਹੈ। ਸੋ ਅਲੱਗ-ਅਲੱਗ ਜੋ ਆਪਣੇ ਕੋਲੇ ਅੱਜ ਫੇਮਸ ਆਨਲਾਈਨ ਸਟੋਰਸ ਹਨ ਉਹ ਕੀ ਹੈ? ਸੋ ਸਭ ਤੋਂ ਪਹਿਲਾ ਹੈ amazon.com। ਸੋ Amazon ਜੋ ਹੈ ਸੋ ਸਭ ਤੋਂ ਪਹਿਲੀ ਆਪਣੇ ਕੋਲੇ ਵੈਬਸਾਈਟ ਹੈ Amazon ਦੀ, ਦੂਸਰੀ ਆਪਣੇ ਕੋਲੇ flipkart.com, ਤੀਸਰੀ ਆਪਣੇ ਕੋਲੇ snapdeal.com। ਤਾਂ ਹੋਰ ਵੀ ਕਈ ਇਸ ਤਰੀਕੇ ਦੀ ਸਾਈਟਾਂ ਹਨ ਜਿੱਥੇ ਜਾ ਕੇ ਅਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ। ਸੋ ਲੈਟਸ ਡਿਸਕਸ ਅਬਾਊਟ ਹਾਊ ਟੂ ਬਾਈ ਅ ਪ੍ਰੋਡਕਟ ਆਨਲਾਈਨ। First of all, if there is a particular brand or a store that we like, we can straight away go to their website, or we can go to visit a shopping site such as Amazon or a Flipkart or like manner sites which carry broad ranges of new and second-hand products or items. So secondly, search for a product, type the name of the item we want to buy into the search box, click on the search or press enter. It will give you a list of items according to their review and prices. So the item which you want, the third thing is to add the item to the
basket or the cart, the item. So once you have chosen the amount and color, click on the add to basket. Doing this will save the details of the item until we are ready to buy it. So continue shopping. So the fourth thing we can do is, if you have purchased your products, you can go to the proceed to checkout, or if you want more items from the same website, or if you want more items from the same website, you can go and search for another item on the website and click on add to basket, or the item will be moved into the cart. And when we have finished shopping, click on proceed to checkout. So now it will give you option to sign in as a new customer, or if you're already customer, if you are already account on the website, you can log in through that account. If you're new to the website, go to the new customer, enter your delivery details and information which are required for the website. Choose the payment options by credit card or debit card or net banking, whichever option they are providing. Fill the options for the payment and then click on place your order. So your order will be delivered at your residence. सो प्यारे विद्यार्थियों, कुछ स्टेप्स हैं जो ਅਸੀਂ ਫੋਲੋ ਕਰ ਸਕਦੇ ਹਾਂ ਆਪਣੀ ਕੋਈ ਵੀ ਪ੍ਰੋਡਕਟ ਨੂੰ ਖਰੀਦਣ ਲਈ। ਜੇ ਅਸੀਂ ਕੋਈ ਵਿਸ਼ੇਸ਼ ਬ੍ਰਾਂਡ ਜਾਂ ਕੋਈ ਸਟੋਰ ਸਾਡੇ ਪਸੰਦ ਦਾ ਹੈ ਤਾਂ ਅਸੀਂ ਡਾਇਰੈਕਟਲੀ ਉਸ ਦੀ ਵੈਬਸਾਈਟ ਉੱਪਰ ਜਾ ਸਕਦੇ ਹਾਂ ਤੇ ਉੱਥੇ ਆਈਟਮਸ ਖਰੀਦ ਸਕਦੇ ਹਾਂ। ਨਹੀਂ ਤਾਂ ਅਸੀਂ ਆਪਣੇ Amazon ਜਾਂ ਆਪਣੇ ਕੋਲੇ Flipkart ਦੀ ਵੈਬਸਾਈਟ ਉੱਪਰ ਜਾ ਕੇ ਵੀ ਆਪਣੀ ਆਈਟਮਸ ਨੂੰ ਖਰੀਦ ਸਕਦੇ ਹਾਂ, ਜਿੱਥੇ ਸਾਡੇ ਕੋਲੇ ਨਵੀਆਂ ਅਤੇ ਪੁਰਾਣੀਆਂ ਦੋਨੋਂ ਤਰੀਕੇ ਦੀਆਂ ਹੀ ਆਈਟਮਸ ਜੋ ਹਨ ਉਹ ਸ਼੍ਰੇਣੀ ਦੀਆਂ ਹੁੰਦੀਆਂ ਹਨ, ਉੱਥੇ ਅਵੇਲੇਬਲ ਹੁੰਦੀਆਂ ਹਨ ਬਹੁਤ ਸਾਰੀਆਂ। ਤਾਂ ਸੈਕੰਡ ਪੁਆਇੰਟ ਜੋ ਹੈ ਆਪਣੇ ਕੋਲੇ ਉਤਪਾਦਨ ਦੀ ਖੋਜ। ਜੋ ਤੁਸੀਂ ਪ੍ਰੋਡਕਟ ਖਰੀਦਣਾ ਚਾਹੁੰਦੇ ਹੋ ਉਸ ਦੀ ਖੋਜ ਲਈ ਆਪਾਂ ਹੀ ਕਰਾਂਗੇ ਆਪਣੇ ਸਰਚ ਬਾਕਸ ਜੋ ਆਪਣੀ ਵੈਬਸਾਈਟ ਦੇ ਉੱਪਰ ਅਵੇਲੇਬਲ ਹੁੰਦਾ, ਉੱਥੇ ਜਾ ਕੇ ਤੁਸੀਂ ਆਪਣੀ ਆਈਟਮ ਨੂੰ ਲਿਖ ਦੋਗੇ, ਕਲਿੱਕ ਕਰੋਗੇ ਸਰਚ ਦੇ ਉੱਪਰ ਜਾਂ ਤੁਸੀਂ ਕੀਬੋਰਡ ਤੋਂ ਐਂਟਰ ਪ੍ਰੈਸ ਕਰ ਸਕਦੇ ਹੋ। ਤਾਂ ਇਹ ਰਿਵਿਊ ਦੇ ਅਕੋਰਡਿੰਗਲੀ ਜਾਂ ਪ੍ਰਾਈਸ ਦੇ ਅਕੋਰਡਿੰਗਲੀ ਤੁਹਾਨੂੰ ਆਈਟਮਸ ਜੋ ਹੈ ਆਪਣੇ ਕੋਲੇ ਦੇ ਦੇਗਾ ਕਿ ਕਿੰਨੀ ਆਈਟਮਸ ਉਹਨਾਂ ਕੋਲੇ ਉਪਲਬਧ ਹਨ। ਉਸ ਤੋਂ ਬਾਅਦ ਜੋ ਤੁਹਾਨੂੰ ਆਈਟਮ ਚਾਹੀਦੀ ਹੈ ਉਸ ਦੇ ਉੱਪਰ ਕਲਿੱਕ ਕਰੋ, ਤੁਹਾਨੂੰ ਐਡ ਟੂ ਬਾਸਕਟ ਕਰ ਦਿਓ। ਜੇਕਰ ਤੁਸੀਂ ਖਰੀਦਦਾਰੀ ਨੂੰ ਕੰਟੀਨਿਊ ਕਰਨਾ ਚਾਹੁੰਦੇ ਹੋ ਜਾਂ ਹੋਰ ਆਈਟਮਸ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਅਗਲੀ ਆਈਟਮ ਸਰਚ ਕਰਕੇ ਉਸ ਨੂੰ ਕਲਿੱਕ ਕਰ ਸਕਦੇ ਹੋ, ਨਹੀਂ ਤਾਂ ਤੁਸੀਂ ਪ੍ਰੋਸੀਡ ਟੂ ਚੈੱਕਆਊਟ ਤੇ ਕਲਿੱਕ ਕਰੋਗੇ। ਇਹ ਤੁਹਾਨੂੰ ਇੱਕ ਅਲੱਗ ਤੋਂ ਇੱਕ ਪੇਜ ਖੋਲ ਦੇਗਾ ਜਿਹੜਾ ਕਹੇਗਾ ਕਿ ਤੁਸੀਂ ਆਪਣਾ ਲੌਗਇਨ ਕਰੋ। ਜੇਕਰ ਤੁਸੀਂ ਨਵੇਂ ਹੋ ਵੈਬਸਾਈਟ ਤੇ ਤਾਂ ਤੁਸੀਂ ਲੌਗਇਨ ਕਰੋਗੇ ਐਜ਼ ਅ ਨਿਊ ਕਸਟਮਰ। अगर ਤੁਹਾਡਾ ਆਲਰੇਡੀ ਪਹਿਲਾਂ ਤੋਂ ਲੌਗਇਨ ਇਸ ਵੈਬਸਾਈਟ ਤੇ ਹੈ ਤਾਂ ਤੁਸੀਂ ਕਰੋਗੇ ਆਪਣਾ ਯੂਜ਼ਰਨੇਮ ਆਈਡੀ ਤੇ ਪਾਸਵਰਡ ਡਾਲ ਕੇ ਤੁਸੀਂ ਉਸ ਦੇ ਅੰਦਰ ਲੌਗਇਨ ਕਰ ਸਕਦੇ ਹੋ। ਉਸ ਤੋਂ ਬਾਅਦ ਤੁਹਾਨੂੰ ਅਗਰ ਤੁਸੀਂ ਨਵੇਂ ਕਸਟਮਰ ਹੋ ਤਾਂ ਤੁਹਾਨੂੰ ਇਹ ਆਪਣੇ ਕੋਲੇ ਡਿਲੀਵਰੀ ਐਡਰੈਸ ਬਾਰੇ ਪੁੱਛੇਗਾ। ਉਸ ਤੋਂ ਬਾਅਦ ਤੁਹਾਨੂੰ ਪੇਮੈਂਟ ਆਪਸ਼ਨਸ ਬਾਰੇ ਪੁੱਛੇਗਾ ਕਿ ਤੁਸੀਂ ਪੇਮੈਂਟ ਕਿਸ ਰਾਹੀਂ ਕਰਨਾ ਚਾਹੁੰਦੇ ਹੋ, ਕ੍ਰੈਡਿਟ ਕਾਰਡ ਦੇ ਰਾਹੀਂ ਕਰਨੀ ਹੈ, ਡੈਬਿਟ ਕਾਰਡ ਦੇ ਰਾਹੀਂ ਕਰਨੀ ਹੈ। ਤੁਸੀਂ ਆਪਣੀ ਇਨਫੋਰਮੇਸ਼ਨ ਨੂੰ ਫਿਲ ਕਰ ਦਿਓ, ਉਸ ਤੋਂ ਬਾਅਦ ਪਲੇਸ ਯੋਰ ਆਰਡਰ ਤੇ ਕਲਿੱਕ ਕਰ ਦਿਓ ਤਾਂ ਤੁਹਾਡਾ ਜਿਹੜਾ ਪ੍ਰੋਡਕਟਸ ਹਨ ਉਹ ਤੁਹਾਡੇ ਘਰੇ ਪਹੁੰਚ ਜਾਣਗੇ। So next are some advantages and disadvantages over the online shopping. Let's see the advantage and disadvantage of online shopping. So first is convenience. Actually we can shop from the home. So it's a better convenience option which is provided by the online shopping. But there are some negative environment impacts also of packaging. Second option is better prices. We can get a better option, better prices on the internet of the same product. But the disadvantage is shipping problems and it may take a longer time or delays. Third option is more variety. Over the internet we can find lots of variety of the products that we want to purchase, but the problem is that everywhere we can't confirm that the product will be the original product or the product that will be shown on the internet, so there are risk of frauds. Fourth one is
easy to send gifts, but the disadvantage is less contact with our community. So online, if we are sending gift to some person, it will not convey the same emotions and personal relationship which we do when we provide or give the gift personally to the person. So fifthly is more control. So we can find a more controlled way of shopping over the internet. But the disadvantage is we spend a lot of time online. Sixth advantage is easy price comparison. So we can compare between different prices of different sites of the products, and we can compare and take the best option. But the disadvantage is return can be complicated for the products. Seventh, no crowds. And the disadvantage is we don't know exactly what we are getting. So ਪਿਆਰੇ ਵਿਦਿਆਰਥੀ, ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇੰਟਰਨੈਟ ਦੇ ਜਿੱਥੇ ਬਹੁਤ ਜ਼ਿਆਦਾ ਐਡਵਾਂਟੇजेस ਹਨ, ਉੱਥੇ ਕੁਝ ਡਿਸਐਡਵਾਂਟੇजेस ਵੀ ਹਨ। ਸਭ ਤੋਂ ਪਹਿਲਾ ਐਡਵਾਂਟੇਜ ਜੋ ਹੈ ਆਪਣੇ ਕੋਲੇ ਉਹ ਹੈ ਸਹੂਲਤ। ਤੁਸੀਂ ਆਪਣੇ ਘਰ ਦੇ ਆਰਾਮ ਦੇ ਅੰਦਰ ਰਹਿ ਕੇ ਵੀ ਆਪਣੇ ਕੋਲੇ ਸ਼ਾਪਿੰਗ ਕਰ ਸਕਦੇ ਹੋ। ਆਪਣੇ ਕੋਲੇ ਇਸ ਦੇ ਅੰਦਰ ਤੁਹਾਨੂੰ ਆਪਣੇ ਟਾਈਮ ਖਰਾਬ ਕਰਨ ਦੀ ਲੋੜ ਨਹੀਂ ਹੁੰਦੀ। ਸ਼ਾਪਿੰਗ ਬਾਜ਼ਾਰ 'ਚ ਜਾ ਕੇ ਭੀੜ ਭੜਾਕੇ 'ਚ ਜਾ ਕੇ ਤਾਂ ਤੁਸੀਂ ਆਰਾਮ ਨਾਲ ਆਪਣੇ ਘਰ 'ਚ ਬੈਠ ਕੇ ਵੀ ਆਪਣੇ ਕੰਪਿਊਟਰ ਦੇ ਉੱਪਰ ਜਾਂ ਮੋਬਾਈਲ ਫੋਨ ਦੇ ਉੱਪਰ ਸ਼ਾਪਿੰਗ ਕਰ ਸਕਦੇ ਹੋ। ਪਰ ਇੱਥੇ ਜੋ ਡਿਸਐਡਵਾਂਟੇਜ ਹੈ ਉਹ ਕੀ ਹੈ, ਆਪਣੇ ਕੋਲੇ ਜਿਹੜੀ ਪੈਕੇਜਿੰਗ ਹੈ, ਪੈਕੇਜਿੰਗ ਦਾ ਇੱਕ ਨੈਗੇਟਿਵ ਵਾਤਾਵਰਨ ਪ੍ਰਭਾਵ ਪੈ ਸਕਦਾ ਹੈ। ਸੈਕਿੰਡ ਜੋ ਆਪਸ਼ਨ ਹੈ ਆਪਣੇ ਕੋਲ ਉਹ ਹੈ ਬਿਹਤਰ ਕੀਮਤਾਂ। ਤੁਸੀਂ ਜਦੋਂ ਇੰਟਰਨੈਟ ਦੇ ਉੱਪਰ ਜਾਂਦੇ ਹੋ ਤਾਂ ਤੁਹਾਨੂੰ ਇੱਕੋ ਪ੍ਰੋਡਕਟ ਦੀਆਂ ਬਹੁਤ ਜ਼ਿਆਦਾ ਬੈਸਟ ਪ੍ਰਾਈਸਿਸ ਮਿਲ ਸਕਦੇ ਹਨ ਜੋ ਆਮ ਮਾਰਕੀਟ ਤੋਂ ਬਹੁਤ ਜ਼ਿਆਦਾ ਸਸਤੇ ਹੋਣਗੇ। ਪਰ ਸ਼ਾਪਿੰਗ ਵਿੱਚ ਆਪਣੇ ਕੋਲੇ ਮੁਸ਼ਕਲਾਂ ਤੇ ਦੇਰੀ ਆ ਸਕਦੀ ਹੈ। ਥਰਡ ਹੈ ਆਪਣੇ ਕੋਲੇ ਜ਼ਿਆਦਾ ਆਪਣੇ ਕੋਲੇ ਵੈਰਾਈਟੀ ਮਿਲ ਸਕਦੀ ਹੈ। ਤੁਸੀਂ ਇੱਕੋ ਹੀ ਪ੍ਰੋਡਕਟਸ ਦੀ ਅਲੱਗ-ਅਲੱਗ ਵੈਰਾਈਟੀਜ਼ ਦੇਖ ਸਕਦੇ ਹੋ ਇੰਟਰਨੈਟ ਦੇ ਉੱਪਰ, ਜੋ ਆਮ ਤੌਰ ਤੇ ਆਪਾਂ ਨੂੰ ਮਾਰਕੀਟ 'ਚ ਬਹੁਤ ਲੱਭਣ ਨਾਲ ਵੀ ਨਹੀਂ ਮਿਲਦੀ। ਪਰ ਆਪਣੇ ਕੋਲੇ ਕੀ ਹੈ, ਇੱਥੇ ਇੰਟਰਨੈਟ ਦੇ ਉੱਪਰ ਧੋਖਾਧੜੀ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ। ਸੋ ਅਗਰ ਤੁਸੀਂ ਆਪਣੇ ਗਿਫਟ ਕਿਸੇ ਨੂੰ ਭੇਜਦੇ ਹੋ ਆਨਲਾਈਨ ਤਾਂ ਬਹੁਤ ਆਸਾਨੀ ਨਾਲ ਆਪਾਂ ਇੱਕ ਥਾਂ ਤੋਂ ਦੂਜੀ ਥਾਂ ਤੇ ਭੇਜ ਸਕਦੇ ਹਾਂ। ਪਰ ਇੱਥੇ ਜੋ ਆਪਣਾ ਪਰਸਨਲ ਕੰਟੈਕਟ ਹੈ ਕਮਿਊਨਿਟੀ ਦੇ ਨਾਲ ਉਹ ਨਹੀਂ ਹੋ ਪਾਉਂਦਾ। ਸੋ ਜਿਹੜੇ ਆਪਣੇ ਇਮੋਸ਼ਨਸ ਹੈ ਉਹ ਆਪਾਂ ਦੂਸਰੇ ਉੱਪਰ ਪ੍ਰਗਟ ਨਹੀਂ ਕਰ ਪਾਉਂਦੇ। ਫਿਫਥ ਹੈ ਆਪਣੇ ਕੋਲੇ ਵਧੇਰੇ ਨਿਰੰਤਰਨ। ਤੁਸੀਂ ਇੱਕ ਬੈਟਰ ਕੰਟਰੋਲ ਵੇ ਦੇ ਨਾਲ ਆਪਣੇ ਕੋਲੇ ਆਨਲਾਈਨ ਸ਼ਾਪਿੰਗ ਕਰ ਸਕਦੇ ਹੋ, ਜਿੱਥੇ ਕਿ ਆਪਣੇ ਕੋਲੇ ਜੋ ਬਾਜ਼ਾਰ ਹੈ ਜਾਂ ਆਪਣੇ ਕੋਲੇ ਉੱਥੇ ਆਪਣੇ ਕੋਲੇ ਕਈ ਵਾਰੀ ਕੁਝ ਟਾਈਮ ਜ਼ਿਆਦਾ ਵੀ ਲੱਗ ਸਕਦਾ ਹੈ ਜਾਂ ਕਈ ਵਾਰੀ ਤੁਹਾਨੂੰ ਸਮਾਨ ਨਹੀਂ ਵੀ ਮਿਲਦਾ। ਪਰ ਇੰਟਰਨੈਟ ਤੋਂ ਅਗਰ ਦੇਖੀਏ ਤਾਂ ਤੁਸੀਂ ਕਈ ਵਾਰ ਆਪਣੇ ਕੋਲੇ ਬਹੁਤ ਜ਼ਿਆਦਾ ਸਮਾਂ ਜੋ ਹੈ ਆਨਲਾਈਨ ਆਪਣੇ ਕੋਲੇ ਬਿਤਾਉਂਦੇ ਹੋ। ਨੈਕਸਟ ਹੈ ਆਪਣੇ ਕੋਲੇ ਕੀਮਤਾਂ ਦੀ ਤੁਲਨਾ ਆਸਾਨ ਹੁੰਦੀ ਹੈ। ਆਪਾਂ ਕੰਪੈਰੀਜ਼ਨ ਕਰ ਸਕਦੇ ਹਾਂ ਦੋ ਅਲੱਗ-ਅਲੱਗ ਪ੍ਰੋਡਕਟਸ ਦੇ ਅੰਦਰ, ਉਹਨਾਂ ਦੀ ਕੀਮਤਾਂ ਦੇ ਅੰਦਰ, ਤਾਂ ਜੋ ਵੀ ਆਪਾਂ ਨੂੰ ਬੈਸਟ ਪ੍ਰਾਈਸ ਲੱਗਦਾ ਹੈ ਉਹ ਆਪਾਂ ਲੈ ਸਕਦੇ ਹਾਂ। ਜਦੋਂ ਤੁਸੀਂ ਆਪਣੇ ਮਾਰਕੀਟ ਦੇ ਅੰਦਰ ਦੇਖੋ ਤਾਂ ਇਹ ਕੰਮ ਨਹੀਂ ਹੋ ਪਾਉਂਦਾ। ਪਰ ਅਗਰ ਇਹਦਾ ਡਿਸਐਡਵਾਂਟੇਜ ਦੇਖੀਏ ਤਾਂ ਆਪਣੇ ਕੋਲੇ ਕਈ ਵਾਰ ਜੋ ਪ੍ਰੋਡਕਟਸ ਹੁੰਦੇ ਹਨ ਅਗਰ ਖਰਾਬ ਆ ਜਾਣ ਜਾਂ ਕੁਝ ਪ੍ਰੋਬਲਮ ਹੋਏ ਤਾਂ ਉਹਨਾਂ ਦੀ ਰਿਟਰਨ ਜੋ ਹੈ ਉਹ ਆਪਣੇ ਕੋਲੇ ਕਈ ਵਾਰ ਗੁੰਝਲਦਾਰ ਹੋ ਸਕਦੀ ਹੈ ਜਾਂ ਇੰਨੀ ਆਸਾਨ ਨਹੀਂ ਹੁੰਦੀ। ਸੈਵਨਥ ਆਪਸ਼ਨ ਹੈ ਕੋਈ ਭੀੜ ਨਹੀਂ ਹੁੰਦੀ। ਆਪਾਂ ਇੰਟਰਨੈਟ ਤੇ ਆਪਣੇ ਘਰ ਦੇ ਵਿੱਚ ਬੈਠ ਕੇ ਜਾਂ ਕਿਸੇ ਵੀ ਜਗ੍ਹਾ ਉੱਪਰ ਬੈਠ ਕੇ ਆਪਣੀ ਸ਼ਾਪਿੰਗ ਕਰ ਸਕਦੇ ਹੋ, ਤੁਹਾਨੂੰ ਭੀੜ ਭੜਾਕੇ ਵਿੱਚ ਜਾਣ ਦੀ ਲੋੜ ਨਹੀਂ ਪੈਂਦੀ। ਜਦੋਂ ਕਿ ਆਪਣਾ ਅਗਰ ਡਿਸਐਡਵਾਂਟੇਜ ਦੇਖੀਏ, ਅਸੀਂ ਬਿਲਕੁਲ ਨਹੀਂ ਜਾਣਦੇ ਕਿ ਜੋ ਅਸੀਂ ਚੀਜ਼ ਪ੍ਰਾਪਤ ਕਰਾਂਗੇ ਜਾਂ ਪ੍ਰੋਡਕਟ ਸਾਨੂੰ ਮਿਲੇਗਾ ਉਹ ਐਕਚੁਅਲ ਉਹੀ ਪ੍ਰੋਡਕਟ ਹੋਏਗਾ ਜੋ ਓਰੀਜਨਲ ਪ੍ਰੋਡਕਟ ਹੈ ਜਾਂ ਸਾਡੇ ਨਾਲ ਧੋਖਾਧੜੀ ਹੋ ਸਕਦੀ ਹੈ। ਸੋ ਇਹ ਕੁਝ ਐਡਵਾਂਟੇਜ ਤੇ ਡਿਸਐਡਵਾਂਟੇਜ ਹਨ ਤੁਹਾਡੇ ਇੰਟਰਨੈਟ ਦੇ ਉੱਪਰ ਜਦੋਂ ਆਪਾਂ ਆਨਲਾਈਨ ਸ਼ਾਪਿੰਗ ਕਰਦੇ ਹਾਂ। ਅਗਲਾ ਜੋ ਸਾਡੇ ਕੋਲ ਟੌਪਿਕ ਹੈ ਉਹ ਹੈ ਟਰੈਵਲ। ਸੋ ਟਰੈਵਲ ਇਜ਼ ਦਾ ਮੂਵਮੈਂਟ ਆਫ ਪੀਪਲ between distant geographical locations. Travel can be done by foot, bicycle, train, boat, bus, airplane, ship, or other means. So, traveling can be without our luggage or with luggage. The technological development has created an impact on all aspects of human beings. It includes the way how they travel. If we go to the internet, we will be able to see hundreds of travel related websites
This is a strong example to indicate how technology has changed the travel and tourism industry with the past 2 decades. So ਵਿਦਿਆਰਥੀਓ ਯਾਤਰਾ ਦੂਰ ਇੱਕ ਆਪਣੇ ਕੋਲੇ ਜੀਓਗ੍ਰਾਫੀਕਲ ਲੋਕੇਸ਼ਨ ਦੇ ਉੱਪਰ ਜਾਂ ਇੱਕ ਭੂਗੋਲਿਕ ਸਥਿਤੀ ਦੇ ਉੱਪਰ ਆਪਣੇ ਕੋਲੇ ਲੋਕਾਂ ਦੇ ਵਿਚਕਾਰ ਲੋਕਾਂ ਦੀ ਇੱਕ ਆਵਾਜਾਈ ਹੈ। ਯਾਤਰਾ ਪੈਦਲ, ਸਾਈਕਲ ਤੇ, ਰੇਲ, ਕਿਸ਼ਤੀ, ਜਹਾਜ਼, ਬੱਸ ਜਾਂ ਕਿਸੇ ਵੀ ਸਾਧਨ ਦੇ ਦੁਆਰਾ ਆਪਾਂ ਕਰ ਸਕਦੇ ਹਾਂ। ਇਹ ਸਮਾਨ ਦੇ ਨਾਲ ਜਾਂ ਸਮਾਨ ਦੇ ਬਿਨਾਂ ਹੋ ਸਕਦੀ ਹੈ। ਤਕਨੀਕੀ ਵਿਕਾਸ ਨੇ ਮਨੁੱਖ ਨੂੰ ਸਾਰੇ ਪਹਿਲੂਆਂ ਤੇ ਪ੍ਰਭਾਵ ਪਾਇਆ ਹੈ। ਇਸ ਵਿੱਚ ਉਹ ਤਰੀਕੇ ਸ਼ਾਮਿਲ ਹਨ ਜਿਸ ਤਰ੍ਹਾਂ ਉਹ ਯਾਤਰਾ ਕਰਦੇ ਹਨ। ਜੇ ਅਸੀਂ ਇੰਟਰਨੈਟ ਤੇ ਜਾਂਦੇ ਹਾਂ ਤਾਂ ਸਾਨੂੰ ਸੈਂਕੜੋ ਯਾਤਰਾ ਨਾਲ ਸੰਬੰਧਿਤ ਵੈਬਸਾਈਟਾਂ ਦੇਖ ਸਕਾਂਗੇ। ਦਿਖਾਉਂਦਾ ਹੈ ਕਿ ਕਿਵੇਂ ਟੈਕਨੋਲੋਜੀ ਨੇ ਪਿਛਲੇ 2 ਦਹਾਕਿਆਂ ਤੋਂ ਯਾਤਰਾ ਅਤੇ ਸੈਰ ਸਪਾਟੇ ਉਦਯੋਗ ਵਿੱਚ ਬਦਲਾਵ ਨੂੰ ਲਿਆਂਦਾ ਹੈ। Now we'll see how internet helps in traveling. Now people can travel to different destinations in the world at the comfort of their home. Technology along with enlarged reality has helped people to capture images and deliver them to people in need through internet. On the other hand, applications such as Google Street View can help people to roam around the streets with the help of their computers or mobile phones. So आज इंटरनेट किस तरीके ਨਾਲ ਆਪਣੀ ਮਦਦ ਕਰ ਰਿਹਾ ਹੈ ਯਾਤਰਾ ਦੇ ਅੰਦਰ। ਹੁਣ ਲੋਕ ਆਪਣੇ ਘਰ ਦੇ ਆਰਾਮ ਨਾਲ ਦੁਨੀਆ ਦੀਆਂ ਵੱਖ-ਵੱਖ ਥਾਵਾਂ ਤੇ ਯਾਤਰਾ ਕਰ ਸਕਦੇ ਹਨ। ਟੈਕਨੋਲੋਜੀ ਨੇ ਲੋਕਾਂ ਨੂੰ ਪਿਕਚਰਸ ਨੂੰ ਹਾਸਲ ਕਰਨ ਜਾਂ ਪਿਕਚਰਸ ਨੂੰ ਕੈਪਚਰ ਕਰਨ ਅਤੇ ਇੰਟਰਨੈਟ ਤੇ ਰਾਹੀਂ ਜਿਹੜੇ ਲੋੜਵੰਦ ਲੋਕ ਹਨ ਉਹਨਾਂ ਤੱਕ ਪਹੁੰਚਾਉਣ ਦੀ ਸਹਾਇਤਾ ਕਰਦਾ ਹੈ। ਦੂਜੇ ਪਾਸੇ ਆਪਣੇ ਕੋਲੇ ਕੁਝ ਐਪਲੀਕੇਸ਼ਨਸ ਹਨ ਜਿਵੇਂ ਕਿ ਗੂਗਲ ਸਟਰੀਟ ਵਿਊ, ਜਿਸ ਦੇ ਰਾਹੀਂ ਲੋਕ ਆਪਣੇ ਕੰਪਿਊਟਰ ਉੱਪਰ ਜਾਂ ਮੋਬਾਈਲ ਫੋਨ ਉੱਪਰ ਦੀ ਸਹਾਇਤਾ ਨਾਲ ਆਪਣੇ ਅਲੱਗ-ਅਲੱਗ ਥਾਵਾਂ ਦੀਆਂ ਸੜਕਾਂ ਦੇਖ ਸਕਦੇ ਹਨ, ਉਹ ਥਾਵਾਂ ਨੂੰ ਘੁੰਮ ਸਕਦੇ ਹਨ। ਇਹ ਸਾਰੇ ਕੰਮ ਆਪਣੇ ਕੋਲੇ ਗੂਗਲ ਸਟਰੀਟ ਵਿਊ ਪ੍ਰੋਵਾਈਡ ਕਰਦਾ ਹੈ। So the popularity of smartphones has also helped people to travel without any hassle. In fact, people can simply find anything they want with the help of their mobile devices while traveling. So smartphone ਦੀ ਪ੍ਰਸਿੱਧੀ ਨੇ ਲੋਕਾਂ ਨੂੰ ਬਿਨਾਂ ਕਿਸੇ ਮੁਸ਼ਕਿਲ ਦੇ ਯਾਤਰਾ ਕਰਨ ਵਿੱਚ ਇੱਕ ਸਹਾਇਤਾ ਕੀਤੀ ਹੈ। ਦਰਅਸਲ ਲੋਕ ਸਫ਼ਰ ਦੌਰਾਨ ਆਪਣੇ ਮੋਬਾਈਲ ਫੋਨ ਉਪਕਰਨਾਂ ਦੀ ਮਦਦ ਨਾਲ ਉਹ ਸਭ ਕੁਝ ਆਸਾਨੀ ਨਾਲ ਹਾਸਲ ਕਰ ਸਕਦੇ ਹਨ ਜੋ ਚਾਹੁੰਦੇ ਹਨ। The development of technology has also helped people to travel in a cost-effective manner. For example, people had to purchase international calling cards when they traveled to foreign countries in the past. Now, right of instant messaging, that is VoIP services, or we can say voice over internet protocol applications are available for them to communicate at a cheaper price. So, VoIP services are like Skype and other platforms. So technology ਦੇ ਵਿਕਾਸ ਨੇ ਲੋਕਾਂ ਨੂੰ ਇੱਕ cost effective ਢੰਗ ਦੇ ਨਾਲ ਯਾਤਰਾ ਕਰਨ ਦੇ ਵਿੱਚ ਸਹਾਇਤਾ ਕੀਤੀ ਹੈ। ਉਦਾਹਰਨ ਲਈ ਪਹਿਲਾਂ ਜਦੋਂ ਲੋਕ ਵਿਦੇਸ਼ ਯਾਤਰਾ ਕਰਦੇ ਸਨ ਤਾਂ ਉਹਨਾਂ ਨੂੰ ਅੰਤਰਰਾਸ਼ਟਰੀ ਕਾਲਿੰਗ ਕਾਰਡ ਖਰੀਦਣੇ ਪੈਂਦੇ ਸਨ ਜੋ ਕਿ ਬਹੁਤ ਮਹਿੰਗੇ ਹੁੰਦੇ ਸਨ, ਪਰ ਅੱਜਕੱਲ ਉਹ VoIP ਸਰਵਿਸ ਜਾਂ ਵੌਇਸ ਓਵਰ ਇੰਟਰਨੈਟ ਸਰਵਿਸ ਦੀ ਵਰਤੋਂ ਕਰਕੇ ਜਾਂ ਐਪਲੀਕੇਸ਼ਨਸ ਦੀ ਵਰਤੋਂ ਕਰਕੇ ਵੀ ਆਪਣੇ ਕੋਲੇ ਆਰਾਮ ਨਾਲ ਆਪਣੇ ਕੋਲੇ ਗੱਲਬਾਤ ਕਰ ਸਕਦੇ ਹਨ, ਤਾਂ ਉਹਨਾਂ ਨੂੰ ਉਹਨਾਂ ਪੈਸਾ ਉਸ ਦੇ ਲਈ ਨਹੀਂ ਖਰਚਣਾ ਪੈਂਦਾ। The next thing is, whenever we go to a new hotel or a restaurant, we would be going through reviews that it has on the TripAdvisor or other review platforms. Then we will be able to get a clear understanding about the service that we would receive at the end of the day. So ਜਦੋਂ ਅਸੀਂ ਕੋਈ ਨਏ ਜਗ੍ਹਾ ਉੱਤੇ ਜਾਂਦੇ ਕਿਸੇ ਨਏ ਹੋਟਲ 'ਚ ਜਾਂ ਕਿਸੇ ਰੈਸਟੋਰੈਂਟ ਦੇ ਅੰਦਰ ਤਾਂ ਉਹਨਾਂ ਦੇ ਅਸੀਂ ਉੱਥੇ ਰਿਵਿਊਜ਼ ਵਿੱਚੋਂ ਲੰਘਦੇ ਹਾਂ ਜੋ ਕਿ ਅਸੀਂ ਟ੍ਰਿਪ ਐਡਵਾਈਜ਼ਰ ਦੇ ਉੱਪਰ ਜਾਂ ਹੋਰ ਜੋ ਉਹਨਾਂ ਨੇ ਆਪਣੇ ਰਿਵਿਊ ਪੋਰਟਲਸ ਦੇ ਉੱਪਰ ਆਪਣੀ ਜਾਣਕਾਰੀ ਦਿੱਤੀ ਹੋਈ ਹੈ, ਤੇ ਇਸ ਦੇ ਰਾਹੀਂ ਅਸੀਂ ਜਾਣ ਸਕਦੇ ਹਾਂ ਕਿ ਦਿਨ ਦੇ ਅੰਤ ਦੇ ਵਿੱਚ ਸਾਨੂੰ ਉਹ ਹੋਟਲ ਜਾਂ ਉਹ ਰੈਸਟੋਰੈਂਟ ਜੋ ਹੈ ਉਹ ਕੀ ਸਰਵਿਸਿਜ਼ ਜੋ ਹੈ ਉਹ ਮੁਹੱਈਆ ਕਰਵਾਏਗਾ। So how internet helps in traveling, we can see through an example. We can
even do ticket booking at home, which can help us to save a considerable amount of time. In fact, all the services that a traveler would need are available online. For example, we can book our railway ticket online from the official website of Indian Railway, that is irctc.co.in. In order to book rail ticket online, we need to have a IRCTC account. ਸੋ ਅਸੀਂ ਦੇਖ ਸਕਦੇ ਹਾਂ ਕਿ ਅੱਜ ਅਸੀਂ ਘਰੇ ਬੈਠੇ ਹੀ ਆਪਣੀ ਟਿਕਟ ਦੀ ਬੁਕਿੰਗ ਕਰਵਾ ਸਕਦੇ ਹਾਂ, ਜਿਸ ਦੇ ਨਾਲ ਅਸੀਂ ਆਪਣੇ ਸਮੇਂ ਦੀ ਕਾਫੀ ਬਚਤ ਕਰ ਸਕਦੇ ਹਾਂ। ਦਰਅਸਲ ਉਹ ਸਾਰੀ ਸੇਵਾਵਾਂ ਜਿਹੜੀਆਂ ਕਿ ਯਾਤਰੀਆਂ ਨੂੰ ਚਾਹੀਦੀਆਂ ਹੁੰਦੀਆਂ ਹਨ, ਉਹ ਆਪਣੇ ਕੋਲ ਅੱਜ ਆਨਲਾਈਨ ਅਵੇਲੇਬਲ ਹਨ। ਉਦਾਹਰਨ ਲਈ ਅਗਰ ਤੁਸੀਂ ਆਪਣੀ ਰੇਲਵੇ ਦੀ ਟਿਕਟ ਬੁੱਕ ਕਰਵਾਉਣਾ ਚਾਹੁੰਦੇ ਹੋ ਤਾਂ ਆਪਣਾ ਭਾਰਤੀ ਰੇਲਵੇ ਦੀ ਅਧਿਕਾਰਿਤ ਸਾਈਟ ਉੱਤੇ ਜਾ ਕੇ ਅਸੀਂ, ਜੋ ਕਿ irctc.co.in ਹੈ, ਉਹਦੇ ਉੱਪਰ ਜਾ ਕੇ ਅਸੀਂ ਆਨਲਾਈਨ ਬੁਕਿੰਗ ਕਰ ਸਕਦੇ ਹਾਂ। ਰੇਲਵੇ ਆਨਲਾਈਨ ਬੁੱਕ ਕਰਨ ਲਈ ਸਾਡੇ ਕੋਲ ਇੱਕ IRCTC ਦਾ ਖਾਤਾ ਹੋਣਾ ਜ਼ਰੂਰੀ ਹੈ। ਕੁਝ ਹੋਰ ਵੀ ਸਾਈਟਸ ਹਨ ਜਿੱਥੇ ਅਸੀਂ ਆਪਣੀ ਇੰਟਰਨੈਟ ਬੁਕਿੰਗ ਕਰ ਸਕਦੇ ਹਾਂ, ਜਿਵੇਂ ਕਿ ਮੇਕ ਮਾਈ ਟ੍ਰਿਪ ਇੱਕ ਇਹੋ ਜਿਹੀ ਸਾਈਟ ਹੈ ਜਿੱਥੇ ਤੁਸੀਂ ਆਪਣਾ ਪੂਰਾ ਬੰਦੋਬਸਤ ਕਰ ਸਕਦੇ ਹੋ ਜਾਂ ਪੂਰੀ ਚੀਜ਼ਾਂ ਨੂੰ ਮੈਨੇਜ ਕਰ ਸਕਦੇ ਹੋ। ਤੁਸੀਂ ਫਲਾਈਟ ਬੁੱਕ ਕਰ ਸਕਦੇ ਹੋ, ਆਪਣਾ ਹੋਟਲ ਬੁੱਕ ਕਰ ਸਕਦੇ ਹੋ, ਤੁਸੀਂ ਆਪਣੀ ਜੋ ਜਗ੍ਹਾ ਉੱਪਰ ਜਾਣਾ ਹੈ ਉੱਥੇ ਜੋ ਟੂਰਿੰਗ ਕਰੋਗੇ ਉਸ ਦੇ ਬਾਰੇ ਅਗਰ ਤੁਹਾਨੂੰ ਕੋਈ ਕੈਬ ਚਾਹੀਦੀ ਹੈ ਜਾਂ ਕੋਈ ਗੱਡੀ ਚਾਹੀਦੀ ਹੈ ਉਸ ਦਾ ਅਰੇਂਜਮੈਂਟ ਕਰਕੇ ਦੇਣਗੇ। ਉਹ ਹਰੇਕ ਚੀਜ਼ ਦਾ ਜੋ ਇੱਕ ਟਰੈਵਲਿੰਗ ਲਈ ਤੁਹਾਨੂੰ ਚਾਹੀਦਾ ਹੈ ਜਾਂ ਇੱਕ ਟ੍ਰਿਪ ਲਈ ਤੁਹਾਨੂੰ ਚਾਹੀਦੀ ਹੈ ਚੀਜ਼, ਉਹ ਇੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ। ਸਿੱਧੇ ਤੌਰ ਤੇ ਅਸੀਂ ਕਿਸ ਤਰੀਕੇ ਨਾਲ IRCTC ਦੀ ਵੈਬਸਾਈਟ ਤੇ ਜਾ ਕੇ ਅਸੀਂ ਬੁਕਿੰਗ ਕਰ ਸਕਦੇ ਹਾਂ, ਅਸੀਂ ਦੇਖਾਂਗੇ ਤਰੀਕੇ। ਸਭ ਤੋਂ ਪਹਿਲਾਂ ਤੁਸੀਂ ਸਿੱਧਾ ਵੈਬਸਾਈਟ ਤੇ ਜਾ ਸਕਦੇ ਹੋ ਇੰਡੀਅਨ ਰੇਲਵੇ ਦੀ। ਦੂਸਰਾ ਆਪਣੇ ਕੋਲ ਇਹ ਹੈ ਕਿ ਜੋ ਆਪਣੇ ਕੋਲੇ ਅਲੱਗ-ਅਲੱਗ ਏਜੰਟਸ ਹਨ IRCTC ਦੇ, ਤੁਸੀਂ ਉਹਨਾਂ ਦੇ ਥਰੂ ਬੁਕਿੰਗ ਕਰਵਾ ਸਕਦੇ ਹੋ। ਇਸ ਤੋਂ ਬਾਅਦ ਅਸੀਂ ਸੋਰਸ ਅਤੇ ਡੈਸਟੀਨੇਸ਼ਨ ਚੁਣਾਂਗੇ ਕਿ ਤੁਸੀਂ ਕਿੱਥੋਂ ਚੱਲਣਾ ਹੈ ਅਤੇ ਕਿੱਥੇ ਜਾਣਾ ਹੈ ਟ੍ਰਿਪ ਉੱਪਰ। ਨੈਕਸਟ ਆਪਸ਼ਨ ਆਪਣੇ ਕੋਲ ਆਉਂਦੀ ਕਿ ਤੁਸੀਂ ਰੇਲ ਦੀ ਚੋਣ ਕਰਦੇ ਹੋ, ਮੀਨਸ ਆਪਣੇ ਕੋਲੇ ਟ੍ਰੇਨ ਚੁਣਾਂਗੇ, ਕਿਸ ਟ੍ਰੇਨ ਦੇ ਦੁਆਰਾ ਤੁਸੀਂ ਯਾਤਰਾ ਕਰਨੀ ਹੈ। ਉਸ ਤੋਂ ਬਾਅਦ ਕਿ ਆਪਣੇ ਕੋਲੇ ਰੇਲ ਟਿਕਟ ਉਸ ਦਿਨ ਦੇ ਅੰਦਰ ਜਿਸ ਦਿਨ ਤੁਸੀਂ ਜਾਣਾ ਹੈ ਉਪਲਬਧ ਹੈ ਜਾਂ ਨਹੀਂ ਹੈ, ਇਸ ਦੀ ਆਪਾਂ ਜਾਣਕਾਰੀ ਲਵਾਂਗੇ। ਨੈਕਸਟ ਆਪਣੇ ਕੋਲੇ ਜਦੋਂ ਇਹ ਸਾਰੀ ਚੀਜ਼ਾਂ ਤੁਹਾਨੂੰ ਅਵੇਲੇਬਲ ਹੋ ਗਈਆਂ ਕਿ ਤੁਸੀਂ ਰੇਲ ਦੀ ਚੋਣ ਕਰ ਲਈ, ਆਪਣੇ ਕੋਲੇ ਤਾਰੀਖ, ਜਿਸ ਤਾਰੀਖ ਨੂੰ ਤੁਸੀਂ ਜਾਣਾ ਹੈ ਆਪਾਂ ਦੇਖ ਲਿਆ ਕਿ ਰੇਲ ਗੱਡੀ ਉਸ ਤਰੀਕ ਨੂੰ ਅਵੇਲੇਬਲ ਹੈ ਜਾਂ ਨਹੀਂ ਹੈ, ਉਹ ਪਾਰਟਿਕੂਲਰ ਟ੍ਰੇਨ ਆਪਣੇ ਕੋਲੇ ਅਵੇਲੇਬਲ ਹੈ ਜਾਂ ਨਹੀਂ ਹੈ ਉਸ ਪਾਰਟਿਕੂਲਰ ਡੇਟ ਨੂੰ। ਇਹ ਸਾਰੀ ਚੀਜ਼ਾਂ ਜਦੋਂ ਆਪਾਂ ਦੇਖ ਲਈਆਂ, ਨੈਕਸਟ ਆਪਣੇ ਕੋਲੇ ਉਹ ਪ੍ਰਬੰਧ ਆਪਣੇ ਕੋਲੇ ਯਾਤਰੀਆਂ ਦੇ ਵੇਰਵੇ, ਜਿਵੇਂ ਕਿ ਨਾਮ, ਉਮਰ, ਜੈਂਡਰ, ਆਪਣੇ ਕੋਲੇ ਸੀਟ ਜੋ ਆਪਾਂ ਨੂੰ ਪਸੰਦ ਹੈ ਉਹ ਆਪਾਂ ਕਰਨਾ ਪਏਗਾ ਟਿਕ, ਜਾਂ ਆਪਣੇ ਕੋਲੇ ਖਾਣਾ ਜੋ ਤੁਹਾਨੂੰ ਟਰੈਵਲ ਦੇ ਅੰਦਰ ਚਾਹੀਦਾ ਹੈ ਉਹ ਆਪਾਂ ਨੂੰ ਚੁਣਨਾ ਪੈਂਦਾ ਹੈ। ਉਸ ਤੋਂ ਬਾਅਦ ਆਪਣੇ ਕੋਲੇ ਨਿੱਜੀ ਵੇਰਵੇ ਵੀ ਹੁੰਦੇ ਆ। ਸਭ ਕਰਨ ਤੋਂ ਬਾਅਦ ਅਸੀਂ ਭੁਗਤਾਨ ਵੱਲ ਵੱਧਦੇ ਹਾਂ। ਉਸ ਤੋਂ ਪੇਮੈਂਟ ਦੇ ਅੰਦਰ ਜੋ ਆਪਾਂ ਨੂੰ ਲੋੜ ਹੈ ਉਹ ਹੁੰਦੀ ਹੈ ਆਪਣੇ ਕੋਲੇ, ਤੁਸੀਂ ਕ੍ਰੈਡਿਟ ਕਾਰਡ ਦੇ ਥਰੂ ਪੇ ਕਰ ਰਹੇ ਹੋ ਜਾਂ ਡੈਬਿਟ ਕਾਰਡ ਦੇ ਥਰੂ ਪੇ ਕਰੋਗੇ, ਇਹ ਸਾਰੇ ਆਪਾਂ ਵੇਰਵੇ ਭਰਾਂਗੇ। ਉਸ ਤੋਂ ਬਾਅਦ ਆਪਣੇ ਕੋਲੇ ਇੱਕ ਵਾਰ ਭੁਗਤਾਨ ਦੇਣ ਤੇ ਆਨਲਾਈਨ ਰੇਲ ਟਿਕਟ ਬੁਕਿੰਗ ਨੂੰ ਅੰਤਿਮ ਰੂਪ ਦੇ ਦਿੱਤਾ ਜਾਂਦਾ ਹੈ। ਯਾਤਰੀਆਂ ਦੇ ਰਜਿਸਟਰਡ ਜਿਹੜਾ ਨੰਬਰ ਹੁੰਦਾ ਉਸ ਦੇ ਉੱਪਰ ਜਾਂ ਤਾਂ ਤੁਹਾਨੂੰ ਇੱਕ SMS ਆ ਜਾਏਗਾ ਜਾਂ ਆਪਣੇ ਕੋਲੇ ਈਮੇਲ ਦੇ ਰਾਹੀਂ ਤੁਹਾਨੂੰ ਇੱਕ ਬੁਕਿੰਗ ਆਪਣੇ ਕੋਲੇ ਕਨਫਰਮੇਸ਼ਨ ਦਾ ਲੈਟਰ ਜੋ ਹੈ ਉਹ ਭੇਜ ਦਿੱਤਾ ਜਾਂਦਾ ਹੈ ਰੇਲਵੇ ਦੇ ਦੁਆਰਾ। ਨੈਕਸਟ ਆਪਣੇ ਕੋਲੇ ਬਹੁਤ ਜ਼ਿਆਦਾ ਇੰਪੋਰਟੈਂਟ ਚੀਜ਼ ਜੋ ਅੱਜ ਕੱਲ੍ਹ ਆਪਾਂ ਦੇਖ ਰਹੇ ਹਾਂ ਉਹ ਹੈ ਫਾਸਟੈਗ। ਫਾਸਟੈਗ ਆਪਣੇ ਕੋਲੇ ਟਰੈਵਲਿੰਗ ਦੇ ਅੰਦਰ ਇੱਕ ਬਹੁਤ ਜ਼ਿਆਦਾ ਇੱਕ ਫੈਸਿਲਿਟੀ ਆਪਣੇ ਪ੍ਰੋਵਾਈਡ ਕੀਤੀ ਗਈ ਹੈ। ਇਹ ਕੀ ਹੈ? ਫਾਸਟੈਗ ਇਜ਼ ਅ ਟੈਗ which enables automatic deduction of toll charges and let us pass through the toll plaza without stopping for the cash transactions. So FASTag is a tag which enables automatic deduction of toll charges and let us pass through the toll plaza without stopping for the cash transaction. So FASTag is linked with our prepaid account from which the applicable amount of the toll is deducted. The tag employs RFID technology, which is radio frequency identification technology, and is affixed on the windscreen of the vehicle after the tag is activated.
So FASTag is a perfect solution for hassle-free trip on national highways, and it is mandatory now in India. So FASTag किस तरीके नाल एक अपने कोले यात्रा अंदर एक फैसिलिटी है जो अपन प्रोवाइड की गई है। फास्टैग एक टैग है जो कि टोल चार्ज दी अपने कोले ऑटोमेटिक डिडक्शंस ਨੂੰ ਆਸਾਨ ਬਣਾਉਂਦਾ ਹੈ ਅਤੇ ਸਾਨੂੰ ਇਸ ਦੇ ਲਈ ਕੋਈ ਨਗਦ ਲੈ ਕੇ ਚੱਲਣ ਦੀ ਲੋੜ ਨਹੀਂ ਪੈਂਦੀ। ਟੋਲ ਪਲਾਜ਼ਾ ਵਿੱਚ ਸਾਨੂੰ ਕੋਈ ਲੈਣ ਦੇਣ ਲਈ ਰੁਕਣ ਦੀ ਲੋੜ ਨਹੀਂ ਪੈਂਦੀ। ਇਹ ਸਾਨੂੰ ਆਸਾਨੀ ਨਾਲ ਬਿਨਾ ਰੁਕੇ ਆਪਣੇ ਕੋਲੇ ਡਿਡਕਸ਼ਨ ਕਰ ਲੈਂਦਾ। ਸਾਡੇ ਜੋ ਵੀ ਐਕਟਿਵ ਅਕਾਊਂਟ ਜਾਂ ਪ੍ਰੀਪੇਡ ਖਾਤੇ ਨਾਲ ਆਪਣੇ ਕੋਲੇ ਜੋੜਿਆ ਹੋਇਆ ਆਪਣੇ ਕੋਲੇ ਫਾਸਟੈਗ ਨੂੰ, ਉਸ ਤੋਂ ਆਪਣੇ ਆਪ ਹੀ ਤੁਹਾਡੀ ਡਿਡਕਸ਼ਨਸ ਹੋ ਜਾਣਗੀਆਂ ਅਤੇ ਤੁਹਾਨੂੰ ਮੈਸੇਜ ਇੱਕ ਆ ਜਾਏਗਾ ਕਿ ਤੁਹਾਡੀ ਇੰਨੀ ਡਿਡਕਸ਼ਨ ਹੋ ਗਈ ਹੈ। एक्चुअली जो फास्टैग है वो एक टैग है जो कि RFD टेक्नोलॉजी ऊपर बेस्ड है। RFD ਹੁੰਦੀ ਹੈ ਆਪਣੇ ਲਈ ਰੇਡੀਓ ਫ੍ਰੀਕੁਐਂਸੀ ਆਇਡੈਂਟੀਫਿਕੇਸ਼ਨ ਟੈਕਨੋਲੋਜੀ। ਜਿਸ ਟੈਗ ਨੂੰ ਐਕਟੀਵੇਟ ਕਰਨ ਤੋਂ ਬਾਅਦ ਤੁਹਾਡੀ ਜੋ ਵੀ ਵਹੀਕਲ ਹੈ ਜਾਂ ਗੱਡੀ ਹੈ ਉਸ ਦੇ ਵਿੰਡ ਸਕਰੀਨ ਦੇ ਉੱਪਰ ਚਿਪਕਾ ਦਿੱਤਾ ਜਾਂਦਾ ਹੈ ਅਤੇ ਜਦੋਂ ਟੋਲ ਪਲਾਜ਼ਾ ਚੋਂ ਤੁਹਾਡੀ ਗੱਡੀ ਨਿਕਲਦੀ ਹੈ ਉੱਤੇ ਇੱਕ ਸੈਂਸਰ ਲੱਗੇ ਹੁੰਦੇ ਹਨ ਜਾਂ ਇੱਕ ਤਰੀਕੇ ਦੇ ਕੈਮਰਾਸ ਲੱਗੇ ਹੁੰਦੇ ਹਨ ਜੋ ਤੁਹਾਡੀ ਸਕਰੀਨ ਨੂੰ ਵਿੰਡ ਸਕਰੀਨ ਦੇ ਉੱਪਰ ਜੋ RFD ਹੈ ਟੈਗ ਲੱਗਿਆ ਹੋਇਆ ਉਸ ਨੂੰ ਸਕੈਨ ਕਰ ਲੈਂਦੇ ਹਨ ਅਤੇ ਤੁਹਾਡੇ ਵਹੀਕਲ ਨੂੰ ਉਹ ਪਾਸ ਔਨ ਕਰ ਦਿੰਦੇ ਹਨ ਅਤੇ ਤੁਹਾਡੇ ਖਾਤੇ ਚੋਂ ਜੋ ਵੀ ਆਪਣੇ ਕੋਲੇ ਟੋਲ ਪਲਾਜ਼ਾ ਦਾ ਬਣਦਾ ਚਾਰਜ ਹੈ ਉਹ ਡਿਡਕਟ ਹੋ ਜਾਂਦਾ ਹੈ। ਸੋ ਕੀ ਫਾਇਦੇ ਆਪਣੇ ਕੋਲੇ ਆਪਣੇ ਬੈਨੀਫਿਟਸ ਕੀ ਹਨ ਆਪਣੇ ਕੋਲੇ ਫਾਸਟੈਗ ਦੇ। ਸੋ ਫਰਸਟ ਬੈਨੀਫਿਟ ਇਜ਼ ਦ ਈਜ਼ ਆਫ ਪੇਮੈਂਟ। The toll amount is automatically deducted from the FASTag prepaid account. So ਸਭ ਤੋਂ ਪਹਿਲੀ ਆਪਣੇ ਕੋਲੇ ਜੋ ਫੈਸਿਲਿਟੀ ਹੈ ਉਹ ਕੀ ਆਪਣੇ ਕੋਲੇ ਆਸਾਨੀ ਨਾਲ ਆਪਣੀ ਪੇਮੈਂਟ ਹੋ ਜਾਂਦੀ ਹੈ। ਆਪਾਂ ਨੂੰ ਬਿਨਾਂ ਰੁਕੇ ਆਪਣੇ ਕੋਲੇ ਵਹੀਕਲ ਨੂੰ ਪਾਸ ਔਨ ਕਰ ਦਿੱਤਾ ਜਾਂਦਾ ਆਪਣੇ ਕੋਲੇ ਟੋਲ ਪਲਾਜ਼ਾ ਚੋਂ ਤੇ ਆਪਣੇ ਜੋ ਵੀ ਚਾਰजेस ਹਨ ਉਹ ਆਪਣੇ ਫਾਸਟੈਗ ਨਾਲ ਜੋ ਜੁੜਿਆ ਹੋਇਆ ਆਪਣਾ ਪ੍ਰੀਪੇਡ ਖਾਤਾ ਹੈ ਉੱਥੋਂ ਆਪਣੇ ਡਿਡਕਟ ਹੋ ਜਾਂਦੇ ਹਨ। ਸੈਕੰਡਲੀ ਆਨਲਾਈਨ ਰੀਚਾਰਜ। FASTag can be recharged online through credit card, debit card, NEFT, RTGS और net banking. So अपने online recharge कर सकते हैं ਆਪਾਂ FASTag ਦੇ ਆਪਣੇ टैग ਨੂੰ ਤੇ ਇਸ ਲਈ ਆਪਣੇ ਕੋਲੇ ਜੋ online ਆਪਣੇ ਕੋਲੇ recharge ਲਈ options available ਹਨ ਉਹ credit card ਹੋ ਸਕਦਾ ਹੈ, debit card ਹੋ ਸਕਦਾ ਹੈ, NEFT ਹੋ ਸਕਦਾ ਹੈ, RTGS ਹੋ ਸਕਦਾ ਹੈ। ਇਹ ਅਲੱਗ-ਅਲੱਗ net banking ਤਰੀਕਿਆਂ ਨੂੰ ਇਸਤੇਮਾਲ ਕਰਕੇ ਆਪਣੇ ਕੋਲੇ ਜੋ ਕਾਰਡ ਹੈ ਉਸ ਨੂੰ ਰੀਚਾਰਜ ਕਰ ਸਕਦੇ ਹੋ। नेक्स्ट है SMS अलर्ट फॉर टोल ट्रांजैक्शन। सो आप जो पेमेंट करते हैं या टोल प्लाजा चो निकलते हैं तो थोड़ी देर बाद अपने को एक SMS आ जाता है कि कितनी थोड़ी डिडक्शन हुई है। अगर थोड़ा अमाउंट घट जाता है जो भी अपनी रिक्वायरमेंट अमाउंट है एक तो उसका भी तो एक बैलेंस का एक मैसेज आ जाता है कि थोड़ी जी अमाउंट है वो लो बैलेंस हो रही है। फोर्थली अपने को ऑनलाइन पोर्टल फॉर कस्टमर्स। सो थोड़े को ऑनलाइन पोर्टल्स हैं कस्टमर्स वास्ते जिथे जाके उसे अपनी जानकारी या और चीज़ा थे देख सकते हो। सो द वैलिडिटी ऑफ फास्टैग इज फॉर 5 years। सो अपने जो फास्टैग है उसकी वैलिडिटी जो होती है वो अपनी 5 साल तक होती है। सोशल नेटवर्किंग इज द यूज ऑफ इंटरनेट बेस्ड सोशल मीडिया साइट टू स्टे कनेक्टेड विद फ्रेंड्स, फैमिली मेंबर्स, colleagues, customers or clients. So social networking can have a social purpose, a business purpose or both through sites such as Facebook, Twitter, Instagram or any other social media site. We can link our friends and our customers online. सो सोशल नैटवर्किंग जो है सोशल नैटवर्किंग दोस्तां नाल, परिवार नाल, सहयोगियां नाल या अपने कस्टमर्स नाल जुड़े रहन लई अपने कोले इंटरनेट आधारित एक सोशल मीडिया दा एक बहुत वधिया तरीका है या एक जरिया है। सो आप फेसबुक राहीं या ट्विटर राहीं या अपने कोले इंस्टाग्राम वर्गिया साइटां द्वारा अपने कोले सोशल नेटवर्किंग दा समाजिक उद्देश्यां लई या अपने कोले व्यापारिक उद्देश्यां लई या दोवां लई आपां इस्तेमाल कर सकते हैं। The internet changed the way people interact with each other as well as work culture. And those changes first arose on the social media sites. Social media helped people to establish better relationship with the family members and friends
That is why people spend a lot of time online browsing websites, and usage has only gone up with the increase in the use of smartphones and tablets sector. ਸੋ ਆਪਾਂ ਦੇਖ ਰਹੇ ਹਾਂ ਕਿ ਜਿਹੜਾ ਇੰਟਰਨੈਟ ਹੈ ਨੇ ਲੋਕਾਂ ਨੂੰ ਇੱਕ ਕੰਮ ਕਰਨ ਦੇ ਵਿੱਚ ਜਿਹੜਾ ਵਰਕ ਕਲਚਰ ਹੈ ਆਪਣੇ ਕੋਲ, ਇੱਕ ਸੱਭਿਆਚਾਰ ਹੈ ਕੰਮ ਦਾ, ਉਸ ਦੇ ਅੰਦਰ ਕਾਫੀ ਤਬਦੀਲੀ ਲਿਆਈ ਹੈ। ਅੱਜ ਇੱਕ ਦੂਜੇ ਨਾਲ ਗੱਲਬਾਤ ਕਰਨਾ ਉਹਦਾ ਤਰੀਕਾ ਵੀ ਬਦਲ ਚੁੱਕਿਆ ਹੈ ਅਤੇ ਇਹ ਤਬਦੀਲੀਆਂ ਪਹਿਲਾਂ ਸੋਸ਼ਲ ਸਾਈਟਸ ਦੇ ਉੱਤੇ ਆਈਆਂ ਤਾਂ ਸੋਸ਼ਲ ਮੀਡੀਆ ਲੋਕਾਂ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਇੱਕ ਬਿਹਤਰ ਸੰਬੰਧ ਸਥਾਪਿਤ ਕਰਨ ਵਿੱਚ ਸਹਾਇਕ ਹੋਇਆ ਹੈ। यही कारण है कि लोग आज बहुत सारा समा जो है अपने कोले सोशल साइटां ਉੱਪਰ ਆਪਣੇ ਕੋਲੇ ਆਨਲਾਈਨ ਬ੍ਰਾਊਜ਼ਿੰਗ ਤੇ ਬਿਤਾਉਂਦੇ ਹਨ ਅਤੇ ਇਸ ਵਿੱਚ ਵਾਧਾ ਸਮਾਰਟਫੋਨ ਅਤੇ ਟੈਬਲੇਟ ਆਦਿ ਦੀ ਵਰਤੋਂ ਵਿੱਚ ਵਾਧੇ ਹੋਣ ਕਰਕੇ ਹੋਇਆ ਹੈ। ਨੈਕਸਟ ਹੈ ਫੇਸਬੁੱਕ। Facebook is the biggest social media site, more than 2 billion people using it every month. It's almost a third of the world's population. There are more than 65 million businesses using Facebook pages and more than 6 million advertisers actively promoting the business on Facebook. It's easy to get started on Facebook because all content formats work great on Facebook. That is text, images, videos, live videos and stories etc. So प्यारे विद्यार्थियों, आज Facebook सब तो एक ਵੱਡਾ सोशल मीडिया साइट है। हर महीने ਤੇ 2 अरब तो ਵੱਧ ਲੋग ਇਸ ਦਾ ਇਸਤੇਮਾਲ ਕਰਦੇ ਹਨ। ਇਹ ਵਿਸ਼ਵ ਦੀ ਆਬਾਦੀ ਦਾ ਲਗਭਗ ਤੀਜਾ ਹਿੱਸਾ ਹੈ। ਫੇਸਬੁੱਕ ਪੇਜਾਂ ਦੀ ਵਰਤੋਂ ਕਰਨ ਵਾਲੇ 6.5 ਕਰੋੜ ਤੋਂ ਵੱਧ ਕਾਰੋਬਾਰ ਹਨ ਅਤੇ 60 ਲੱਖ ਤੋਂ ਵੱਧ ਇਸ਼ਤਿਹਾਰ ਫੇਸਬੁੱਕ ਤੇ ਆਪਣਾ ਕਾਰੋਬਾਰ ਨੂੰ ਸਰਗਰਮੀ ਨਾਲ ਅੱਗੇ ਵਧਾ ਰਹੇ ਹਨ। ਫੇਸਬੁੱਕ ਤੇ ਸ਼ੁਰੂਆਤ ਕਰਨਾ ਆਸਾਨ ਹੁੰਦਾ ਹੈ ਕਿਉਂਕਿ ਲਗਭਗ ਸਾਰੇ ਕੰਟੈਂਟ ਫਾਰਮੈਟ ਫੇਸਬੁੱਕ ਤੇ ਵਧੀਆ ਕੰਮ ਕਰਦੇ ਹਨ, ਜਿਵੇਂ ਕਿ ਟੈਕਸਟ, ਚਿੱਤਰ, ਵੀਡੀਓ, ਲਾਈਵ ਵੀਡੀਓ ਅਤੇ ਕਹਾਣੀਆਂ। ਇਹ ਅਲੱਗ-ਅਲੱਗ ਤਰੀਕੇ ਹਨ ਜਿਸ ਦੇ ਰਾਹੀਂ ਅਸੀਂ ਫੇਸਬੁੱਕ ਤੇ ਆਪਣੇ ਡਾਟਾ ਨੂੰ ਜਾਂ ਕੰਟੈਂਟਸ ਨੂੰ ਸ਼ੇਅਰ ਕਰ ਸਕਦੇ ਹਾਂ। The next topic is YouTube. YouTube is a video sharing platform where users watch 1 billion hours of video every day. We can create a YouTube channel for our brand where we can upload video for our subscribers to view, like, comment and share. Besides the second biggest social media site, YouTube, owned by Google, is also often known as the second largest search engine after Google. So प्यारे विद्यार्थियों, YouTube जो है एक वीडियो साझ करने वाला एक प्लेटफॉर्म है जिथे यूजर्स जो ਹਨ ਇੱਕ ਦਿਨ ਦੇ ਅੰਦਰ ਲਗਭਗ ਅਰਬੋਂ ਘੰਟੇ ਜੋ ਹੈ ਉਹ ਵੀਡੀਓਜ਼ ਨੂੰ ਵੇਖਣ ਵਿੱਚ ਆਪਣੇ ਬਿਤਾਉਂਦੇ ਹਨ। ਅਸੀਂ ਆਪਣੇ ਬ੍ਰਾਂਡ ਲਈ ਇੱਕ YouTube ਚੈਨਲ ਬਣਾ ਸਕਦੇ ਹਾਂ ਜਿੱਥੇ ਅਸੀਂ ਆਪਣੇ ਸਬਸਕ੍ਰਾਈਬਰਸ ਦੇ ਦੇਖਣ ਲਈ ਜਾਂ ਉਹਨਾਂ ਦੀ ਪਸੰਦ ਕਰਨ ਲਈ ਜਾਂ ਉਹਨਾਂ ਨੂੰ ਕਮੈਂਟ ਕਰਵਾਉਣ ਲਈ, ਉਹਨਾਂ ਦੇ ਸਾਂਝ ਕਰਨ ਲਈ ਆਪਣੇ ਵੀਡੀਓਜ਼ ਅਪਲੋਡ ਕਰ ਸਕਦੇ ਹਾਂ। YouTube ਜੋ ਹੈ ਆਪਣੇ ਕੋਲੇ ਦੁਨੀਆ ਦੇ ਦੂਜੇ ਨੰਬਰ ਉੱਤੇ ਇੱਕ ਸੋਸ਼ਲ ਸਾਈਟ ਹੈ ਅਤੇ YouTube ਨੂੰ ਅਕਸਰ Google ਤੋਂ ਬਾਅਦ ਦੂਜੇ ਨੰਬਰ ਉੱਤੇ ਸਭ ਤੋਂ ਵੱਡੀ ਸਰਚ ਇੰਜਨ ਵਜੋਂ ਵੀ ਵਰਤਿਆ ਜਾਂਦਾ ਹੈ। Next topic is WhatsApp. WhatsApp is an messaging app used by people over 180 countries. Initially, WhatsApp was only used by people to communicate with family members or friends. Gradually, people started communicating with the business via WhatsApp. So, WhatsApp जो है एक मैसेजिंग ऐप है जो 180 ਤੋਂ ਵੱਧ ਆਪਣੇ ਕੋਲੇ ਦੇਸ਼ਾਂ ਦੇ ਅੰਦਰ ਲੋਕ ਵਰਤ ਰਹੇ ਹਨ। ਸ਼ੁਰੂਆਤ ਵਿੱਚ WhatsApp ਜੋ ਹੈ ਸਿਰਫ ਆਪਣੇ ਕੋਲੇ ਲੋਕ ਜੋ ਹਨ ਉਹ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰਨ ਲਈ ਜਾਂ ਆਪਣੇ ਕੋਲੇ ਦੋਸਤਾਂ ਨਾਲ ਗੱਲਬਾਤ ਕਰਨ ਲਈ ਵਰਤਦੇ ਸਨ, ਪਰ ਅੱਜਕੱਲ ਹੌਲੀ-ਹੌਲੀ ਕਰਕੇ WhatsApp ਜੋ ਹੈ ਆਪਣੇ ਕੋਲੇ ਕਾਰੋਬਾਰ ਨੂੰ ਵਧਾਉਣ ਦਾ ਵੀ ਇੱਕ ਬਹੁਤ ਵੱਡਾ ਸਹਿਯੋਗ ਦੇ ਰਿਹਾ ਹੈ। Next topic is Instagram. Instagram is a photo and video sharing social media app. Instagram, owned by Facebook, was founded by Kevin Systrom and Mike Carragher in October 2010. The company operates independently of Facebook and is headquartered at San Francisco, California. Instagram is an online social networking company that lets us share photos, videos, stories, live videos with your followers. So Instagram एक अपने को फोटो ते वीडियो साझ करने वाली एक सोशल मीडिया साइट है या ऐप है। Instagram जो कि बेसिकली फेसबुक की मलकियत है, ਦੀ ਸਥਾਪਨਾ ਕੇਵਿਨ ਸਿਸਟਰੋਮ ਨੇ ਅਤੇ ਮਾਈਕ ਕੈਰੀਜਰ ਨੇ ਅਕਤੂਬਰ 2010 ਵਿੱਚ ਕੀਤੀ ਸੀ
ਕੰਪਨੀ ਫੇਸਬੁੱਕ ਤੋਂ ਸੁਤੰਤਰ ਕੰਮ ਕਰਦੀ ਹੈ ਅਤੇ ਇਸ ਦਾ ਮੁੱਖ ਦਫ਼ਤਰ ਜੋ ਹੈ ਸੈਨ ਫ੍ਰਾਂਸਿਸਕੋ ਕੈਲੀਫੋਰਨੀਆ ਵਿੱਚ ਹੈ। ਇੰਸਟਾਗ੍ਰਾਮ ਇੱਕ ਆਨਲਾਈਨ ਸੋਸ਼ਲ ਨੈਟਵਰਕਿੰਗ ਕੰਪਨੀ ਹੈ ਜੋ ਤੁਹਾਨੂੰ ਆਪਣੇ ਫਾਲੋਅਰਸ ਨਾਲ ਫੋਟੋਆਂ ਅਤੇ ਵੀਡੀਓ, ਕਹਾਣੀਆਂ ਅਤੇ ਲਾਈਵ ਵੀਡੀਓ ਸਾਂਝ ਕਰਨ ਦੀ ਸਹੂਲੀਅਤ ਪ੍ਰੋਵਾਈਡ ਕਰਦੀ ਹੈ। The last topic is Twitter. Twitter is online news and social networking site where people communicate in short messages called tweets. Tweeting is posting short messages for anyone who follows you on Twitter with the hope that your message are useful and interesting to someone in your audience. So प्यारे विद्यार्थियों, ट्विटर जो है एक ऑनलाइन खबरां वाली या एक सोशल नेटवर्किंग वाली साइट है जिथे लोग छोटे संदेशा राਹੀਂ ਜਿਨ੍ਹਾਂ ਨੂੰ ਟਵੀਟ ਕਿਹਾ ਜਾਂਦਾ ਸੰਚਾਰ ਕਰਦੇ ਹਨ। ਟਵੀਟ ਕਰਨਾ ਮਤਲਬ ਹਰ ਉਸ ਵਿਅਕਤੀ ਲਈ ਛੋਟਾ ਸੰਦੇਸ਼ ਪੋਸਟ ਕਰਨਾ ਹੈ ਜੋ ਤੁਹਾਨੂੰ ਟਵਿੱਟਰ ਤੇ ਫੋਲੋ ਕਰਦਾ ਹੈ ਅਤੇ ਤੁਸੀਂ ਇਸ ਉਮੀਦ ਨਾਲ ਕਿ ਤੁਹਾਡੇ ਸਨੇਹੀ ਤੁਹਾਡੇ ਸਰੋਤਿਆਂ ਲਈ ਜਾਂ ਸਬਸਕ੍ਰਾਈਬਰ ਲਈ ਕਿਸੇ ਤਰੀਕੇ ਨਾਲ ਲਾਭਦਾਇਕ ਹੋਣਗੇ ਅਤੇ ਦਿਲਚਸਪ ਹੋਣਗੇ, ਤੁਸੀਂ ਉਹਨਾਂ ਨੂੰ ਟਵੀਟ ਕਰਦੇ ਹੋ ਜਾਂ ਭੇਜਦੇ ਹੋ। ਸੋ ਪਿਆਰੇ ਵਿਦਿਆਰਥੀਓ, ਮੇਰਾ ਵਿਸ਼ਵਾਸ ਹੈ ਕਿ ਤੁਹਾਨੂੰ ਇਹ ਚੈਪਟਰ 2 ਤੋਂ ਸਮਝ ਆਇਆ ਹੋਵੇਗਾ। ਸੋ ਤੁਸੀਂ ਅਗਲੀ ਵੀਡੀਓ ਵਿੱਚ ਅਗਲਾ ਭਾਗ ਦੇਖੋਗੇ। ਸੋ ਤਦ ਤੱਕ ਸਟੇ ਹੋਮ, ਸਟੇ ਸੇਫ। ਥੈਂਕ ਯੂ।